ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ ਸਿਮਰਉ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵਉ, ਗੁਰ ਹਿਰਦੈ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ੍ਰੀ ਹਰਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰਉ ਧਰਾ ਧਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਨੇ ਮੈਂ ਚਲ ਤੂਰ ਨਿਆਇਸ, ਦਹਦ ਆਗੈ ਧਰ ਸੀਸ ਨਵਾਇਸ। ਲੈ ਸਤਿਗੁਰ ਨੇ ਅਚਿਓ ਆਹਾਰਾ, ਅਪਰ ਸਰਬ ਤ੍ਰਿਪਤੇ ਸ਼ੁੱਧ ਟਾਰਾ। ਇਤਨੇ ਮੈਂ ਚਲ ਤੂਰ ਨਿਆਇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਰੁਣਾ ਨਿਧਾਨ ਭਗਤ ਵਛਲ, ਹਾਜ਼ਰਾ ਹਜੂਰ ਜਹਰਾ ਜਹੂਰ। ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਿਕ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਿਰ ਸ਼ਾਹਾਂ ਪਾਤਸ਼ਾਹ, ਨਿਹਚਲ ਚੌਰ ਛਤ। ਜੁਗੋ ਜੁਗ ਅਟਲ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸੱਚੇ ਸਤਿਗੁਰਾਂ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੀ। ਗੁਰੂ ਸਵਾਰੀ ਸਾਧ ਸੰਗਤ ਜੀਓ, ਸ੍ਰੇਸ਼ਟ ਭਾਗ ਹਨ ਸਤ ਸੰਗਤ ਦੀਆਂ ਅਮੋਲਕ ਘੜੀਆਂ। ਮਨੁੱਖਾ ਜਨਮ ਦੀ ਸਫਲਤਾ ਲਈ ਪ੍ਰਾਪਤ ਹੋ ਰਹੀਆਂ ਹਨ। ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਸਤ ਸੰਗਤ ਦੀ ਬਹੁਤ ਵੱਡੀ ਮਹਾਨਤਾ ਹੈ। ਪਾਤਸ਼ਾਹ ਜੀ ਤਾਂ ਫਰਮਾਨ ਕਰਦੇ ਹਨ, ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਸਾਧ ਸੰਗਤ ਤੋਂ ਬਿਨਾ ਇਹ ਭਵ ਸਾਗਰ ਜਿਹੜਾ ਹੈ ਉਹ ਪਾਰ ਨਹੀਂ ਕੀਤਾ ਜਾ ਸਕਦਾ। ਸਤ ਸੰਗਤ ਵਿੱਚ ਮਿਲਦੇ ਹੀ ਰਹਿਣਾ ਚਾਹੀਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਸਾਰੇ ਮਹਾਂਪੁਰਸ਼ਾਂ ਦੇ ਵਿੱਚੋਂ ਸਭ ਤੋਂ ਵੱਧ ਬਾਣੀ, ਵੱਧ ਮਿਕਦਾਰ ਵਿੱਚ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ, ਤੇ ਸਭ ਤੋਂ ਘੱਟ ਬਾਣੀ ਭਗਤ ਸੂਰਦਾਸ ਜੀ ਦੀ ਹੈ। 1253 ਅੰਗ ਤੇ ਕੇਵਲ ਇੱਕੋ ਹੀ ਤੋਕ ਭਗਤ ਸੂਰਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਛਾੜ ਮਨ ਹਰ ਬਿਮੁਖਣ ਕੋ ਸੰਗ, ਬਸ ਇੰਨੀ ਤੁਕ ਸਤਿਗੁਰੂ ਜੀ ਨੇ ਦਰਜ ਕੀਤੀ ਹੈ। ਅੱਗੇ ਗੁਰੂ ਅਰਜਨ ਦੇਵ ਜੀ ਨੇ ਇਹਦਾ ਵਿਸਥਾਰ ਕੀਤਾ ਹੈ। ਮਹੱਲਾ ਪੰਜਵਾਂ ਲਿਖ ਕੇ, ਹਰ ਕੇ ਸੰਗ ਬਸੇ ਹਰ ਲੋਗ। ਸੋ ਸਾਧ ਸੰਗਤ ਇੰਨੀ ਇੱਕ ਤੁਕ ਦੇ ਵਿੱਚ ਹੀ ਸਾਰਾ ਹੀ ਧਰਮ ਦਾ ਸਿਧਾਂਤ ਆ ਜਾਂਦਾ ਹੈ। ਭਗਤ ਸੂਰਦਾਸ ਜੀ ਨੇ ਇੱਕੋ ਬੋਲ ਦੇ ਵਿੱਚ ਹੀ ਕੁੱਜੇ ਅੰਦਰ ਸਮੁੰਦਰ ਬੰਦ ਕਰ ਦਿੱਤਾ ਹੈ, ਕਿਉਂਕਿ ਰੱਬ ਦੇ ਪਿਆਰਿਆਂ ਦੇ ਇੱਕ ਬਚਨ ਵਿੱਚ ਨਾ ਬੜੇ ਗਹਿਰੇ ਭਾਵ ਹੁੰਦੇ ਨੇ। ਜਿਵੇਂ ਇੱਕ ਲੌਕਿਕ ਗੱਲ ਹੈ, ਪੰਡਿਤ ਕੀ ਜਾਤ ਜਾਤ ਮੈਂ ਜਾਤ ਹੈ, ਸੰਤਨ ਕੀ ਬਾਤ ਬਾਤ ਮੈਂ ਬਾਤ ਹੈ। ਇਵੇਂ ਜਿਹੜੇ ਧਾਰਮਿਕ ਗ੍ਰੰਥਾਂ ਦੇ ਸ਼ਲੋਕ, ਅਸ਼ਟਪਦੀਆਂ, ਉਪਦੇਸ਼ ਹਨ, ਇਹਨਾਂ ਦੇ ਭਾਵ ਬੜੇ ਗਹਿਰੇ ਹਨ। ਜਿੰਨੀ ਕੁ ਸੁਰਤ ਸਾਡੀ ਗਹਿਰਾਈ ਵਿੱਚ ਜਾਂਦੀ ਹੈ, ਉਨੇ ਕੁ ਅਰਥ ਸਾਡੀ ਸਮਝ ਵਿੱਚ ਆ ਜਾਂਦੇ ਹਨ। ਤੇ ਭਗਤ ਸੂਰਦਾਸ ਜੀ ਇੱਕੋ ਤੁਕ ਵਿੱਚ ਹੀ ਸਾਨੂੰ ਸਭ ਕੁਝ ਦੱਸ ਗਏ ਕਿ ਹੇ ਮੇਰੇ ਮਨਾ, ਮਨ ਨੂੰ ਸੰਬੋਧਨ ਕਰਕੇ ਕਿਹਾ ਹੈ ਨਾ, ਇਹਦਾ ਅਰਥ ਇਹ ਵੀ ਹੈ ਕਿ ਧਰਮ ਮਨ ਦੇ ਨਾਲ ਸੰਬੰਧ ਰੱਖਦਾ ਹੈ। ਦੂਜਾ ਭਾਵ ਕਿ ਧਰਮ ਦਾ ਉਪਦੇਸ਼ ਆਪਣੇ ਮਨ ਤੋਂ ਆਰੰਭ ਕਰਨਾ ਹੈ। ਪ੍ਰਿਥਮੈ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰੀਝਾਵੈ। ਤੇ ਆਪਣੇ ਮਨ ਨੂੰ ਸੰਬੋਧਨ ਹੋ ਕੇ ਉੱਤਮ ਪੁਰਖ ਵਿੱਚ, ਫਸਟ ਪਰਸਨ ਵਿੱਚ ਭਗਤ ਨਾਮ ਸੂਰਦਾਸ ਜੀ ਨੇ ਕਹਿ ਦਿੱਤਾ, ਛਾੜ ਮਨ ਹਰ ਵਿਮੁਖਣ ਕੋ ਸੰਗ। ਜਿਹੜੇ ਲੋਕ ਪਰਮੇਸ਼ਰ ਤੋਂ ਬੇਮੁਖ ਹਨ, ਭਜਨ ਬੰਦਗੀ ਨਹੀਂ ਕਰਦੇ, ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਕਹਿੰਦੇ ਨੇ ਰੱਬ ਨਾਮ ਦੀ ਕੋਈ ਚੀਜ਼ ਨਹੀਂ ਹੈ, ਉਹਨਾਂ ਦਾ ਸੰਗ ਕਰਨਾ, ਉਹਨਾਂ ਦੀ ਸੰਗਤ ਕਰਨੀ, ਹੇ ਮੇਰੇ ਮਨਾ ਛੱਡ, ਨਹੀਂ ਕਰਨੀ। ਕਬੀਰ ਸਾਖਤ ਸੰਗ ਨਾ ਕੀਜੀਏ, ਦੂਰਹਿ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਉ ਕਛ ਲਾਗੈ ਦਾਗ। ਜਿਵੇਂ ਬੇਰੀ ਦੇ ਨੇੜੇ ਕੇਲੇ ਦਾ ਦਰਖਤ ਲੱਗਿਆ ਹੋਵੇ ਨਾ, ਤੇ ਬੇਰੀ ਜਦੋਂ ਹਵਾ ਆਉਂਦੀ ਹੈ, ਕੇਲਾ ਖੁਸ਼ੀ ਦੇ ਵਿੱਚ ਝੂਮਦਾ ਹੈ, ਬੇਰੀ ਉਹਨੂੰ ਚੀਰ ਕੇ ਰੱਖ ਦਿੰਦੀ ਹੈ। ਇਵੇਂ ਸਾਖਤ ਦੀ ਸੰਗਤ ਹੈ। ਸਾਖਤ ਸੰਗ ਨਾ ਹੇਰ, ਉਹ ਝੂਲੇ ਉਹ ਚੀਰੀਐ। ਜਿਵੇਂ ਕੇਲੇ ਨਿਕਟ ਸੋ ਬੇਰ, ਉਹ ਝੂਲੇ ਉਹ ਚੀਰੀਐ, ਸਾਖਤ ਸੰਗ ਨਾ ਹੇਰ। ਇਸ ਤਰ੍ਹਾਂ ਸਾਖਤ ਦੀ ਸੰਗਤ ਜਿਹੜੀ ਹੈ ਨਾ, ਬੇਮੁਖਾਂ ਦੀ ਸੰਗਤ, ਇਹਦੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤੇ ਦੂਜਾ ਅਰਥ ਇਹਦਾ ਕੀ ਹੋਵੇਗਾ ਕਿ ਜਦੋਂ ਆਪਾਂ ਬੇਮੁਖਾਂ ਦੀ ਸੰਗਤ ਛੱਡਾਂਗੇ, ਦੋ ਤਰ੍ਹਾਂ ਦੇ ਤਾਂ ਮਨੁੱਖ ਨੇ ਸੰਸਾਰ ਅੰਦਰ, ਬਾਣੀ ਅੰਦਰ ਦੋਵਾਂ ਦਾ ਜ਼ਿਕਰ ਆਉਂਦਾ, ਇੱਕ ਗੁਰਮੁਖ ਨੇ, ਦੂਜੇ ਮਨਮੁਖ ਨੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਮਾਤਾ ਦੇ ਉਦਰ ਵਿੱਚੋਂ ਸਾਰੇ ਹੀ ਜਨਮ ਲੈ ਕੇ ਇਕੱਠੇ ਆਉਂਦੇ ਨੇ, ਪਰ ਜਦੋਂ ਅਸੀਂ ਦੁਨੀਆ ਚੋਂ ਵਾਪਸ ਜਾਂਦੇ ਹਾਂ ਨਾ, ਸਾਡੀ ਦ੍ਰਿਸ਼ਟੀ ਹੈ ਕਿ ਸਾਰਿਆਂ ਦਾ ਸਰੀਰ ਜਿਹੜਾ ਉਹ ਸ਼ਮਸ਼ਾਨ ਭੂਮੀ ਵਿੱਚ ਦਗਧ ਕੀਤਾ ਜਾਂਦਾ ਹੈ। ਇਹ ਤਾਂ ਪੰਜ ਪੁਤਲੇ ਸਰੀਰ ਦੀ ਗੱਲ ਹੈ, ਪਰ ਜਿਹੜੇ ਰਸਤੇ ਤੇ ਸਾਡੀ ਆਤਮਾ ਜਾਂਦੀ ਹੈ, ਭੌਰ ਜਾਂਦਾ ਹੈ, ਉਹ ਰਸਤੇ ਮਰਨ ਤੋਂ ਬਾਅਦ ਦੋ ਨੇ, ਇੱਕ ਨਹੀਂ। ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ। ਜਦੋਂ ਵਾਪਸ ਜਾਂਦੇ ਨੇ, ਆਉਂਦੇ ਸਾਰੇ ਇਕੱਠੇ ਨੇ, ਮਾਤਾ ਦੇ ਉਦਰ ਤੋਂ ਜਨਮ ਲੈਂਦੇ ਨੇ। ਵਾਪਸ ਜਾਂਦੇ ਨੇ ਤਾਂ ਰਸਤੇ ਬਦਲ ਜਾਂਦੇ ਨੇ। ਰਸਤਾ ਬਦਲ ਜਾਣ ਦਾ ਕਾਰਨ ਕੀ ਹੈ? ਇੱਕੋ ਰਸਤੇ ਤੇ ਕਿਉਂ ਨਹੀਂ ਜਾਂਦੇ?
ਪਾਤਸ਼ਾਹ ਜੀ ਕਹਿੰਦੇ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਜਿਨ੍ਹਾਂ ਨੇ ਗੁਰੂ ਦੇ ਸਨਮੁਖ ਰਹਿ ਕੇ ਜੀਵਨ ਬਤੀਤ ਕੀਤਾ ਹੈ ਨਾ, ਗੁਰਮੁਖ ਬਣ ਕੇ, ਉਹ ਜ਼ਿੰਦਗੀ ਦਾ ਲਾਹਾ ਪ੍ਰਾਪਤ ਕਰਕੇ ਗਏ। ਤੇ ਜਿਹੜੇ ਮਨ ਦੀਆਂ ਮਾਨੀਆਂ ਕਰਦੇ ਰਹੇ, ਮਨ ਪਿੱਛੇ ਚੱਲਦੇ ਰਹੇ, ਖਾਓ ਪੀਓ ਕਰੋ ਆਨੰਦ, ਇਹ ਜਗ ਮਿੱਠਾ ਤੇ ਅਗਲਾ ਕਿਨ ਡਿਠਾ, ਉਹ ਹੋਰ ਰਸਤੇ ਤੇ ਜਾਂਦੇ ਨੇ। ਮੂਲ ਗਵਾ ਕੇ ਜੋ ਸਵਾਸ ਮਿਲੇ, ਜੋ ਮਾਲਕ ਦੀਆਂ ਰਹਿਮਤਾਂ ਲੈ ਕੇ ਆਏ, ਜਦੋਂ ਜਨਮ ਹੋਇਆ ਸੀ ਤੇ ਮੁੱਠਾਂ ਬੰਦ ਸਨ, ਇਸ ਮੁੱਠ ਵਿੱਚ ਪਰਵਤਗਾਰ ਨੇ ਬੜਾ ਕੁਝ ਦੇ ਕੇ ਭੇਜਿਆ ਸੀ। ਜਦੋਂ ਗਏ ਤਾਂ ਹੱਥ ਖੁੱਲੇ, ਚੱਲੇ ਜਵਾਰੀ ਦੋਏ ਹੱਥ ਝਾੜ, ਸੰਸਾਰ ਦੇ ਵਿੱਚੋਂ ਸਭ ਕੁਝ ਗਵਾ ਕੇ ਬਰਬਾਦ ਕਰਕੇ ਚਲੇ ਗਏ। ਇਸ ਲਈ ਜਿਹੜੇ ਮਨਮੁਖ ਨੇ ਉਹਨਾਂ ਦੀ ਸੰਗਤ ਕਰਨ ਤੋਂ ਪਰਹੇਜ਼ ਕੀਤਾ ਗਿਆ। ਔਰ ਫਿਰ ਸਤਿਗੁਰੂ ਜੀ ਨੇ ਇਹ ਭਾਵ ਵੀ ਸਮਝਾ ਦਿੱਤਾ ਕਿ ਬੇਮੁਖਾਂ ਦੀ ਸੰਗਤ ਛੱਡਣੀ ਹੈ ਤੇ ਗੁਰਮੁਖਾਂ ਦੀ ਕਰਨੀ ਹੈ। ਜਿਵੇਂ ਆਪਾਂ ਕਹਿੰਦੇ ਨਾ ਗਲਾਸ ਅੱਧਾ ਭਰਿਆ ਏ, ਤੇ ਇਹਦਾ ਅਰਥ ਹੁੰਦਾ ਅੱਧਾ ਖਾਲੀ ਹੈ। ਇੱਕ ਪੱਖ ਕਹਿ ਦਿੱਤਾ ਛਾੜ ਮਨ ਹਰ ਬੇਮੁਖਣ ਕੋ ਸੰਗ, ਤੇ ਦੂਜਾ ਪੱਖ ਇਹਦੇ ਵਿੱਚ ਆਪੇ ਆ ਗਿਆ ਬੇਮੁਖਾਂ ਦੀ ਸੰਗਤ ਛੱਡਣੀ ਹੈ, ਗੁਰਮੁਖਾਂ ਦੀ ਕਰਨੀ ਹੈ। ਇਸ ਲਈ ਸੰਗਤ ਦਾ ਗੁਣ ਬਹੁਤ ਵੱਡਾ ਹੈ। ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਣਕ ਉਦਾਰੇ। ਇਹ ਵੱਡੇ ਭਾਗਾਂ ਨਾਲ ਦਾਤ ਮਿਲਦੀ ਹੈ। ਸੋ ਰਹੋ ਵਿਚਾਰ ਸਾਧ ਸੰਗਤ ਆਓ, ਲੜੀਵਾਰ ਗੁਰ ਇਤਿਹਾਸ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹਨ। ਨੇੜੇ ਤਲਵੰਡੀ ਨਗਰ ਦਾ ਸਿੱਖ ਭਾਈ ਲੰਗਾ, ਜਿਸ ਦੀ ਇੱਕ ਲੱਤ ਕਿਸੇ ਕਾਰਨ ਕਰਕੇ ਕਰੈਕ ਹੈ, ਛੋਟੀ ਹੈ ਜਾਂ ਟੁੱਟੀ ਹੋਈ ਹੈ, ਕੋਈ ਵੀ ਕਾਰਨ ਹੈ, ਇੱਕ ਲੱਤ ਸਾਬਤ ਹੈ। ਸਤਿਗੁਰੂ ਜੀ ਨਾਲ ਬੜਾ ਪ੍ਰੇਮ ਕਰਨ ਵਾਲਾ ਹੈ, ਰੋਜ਼ਾਨਾ ਹੀ ਨੇਮ ਨਿਭਾਉਂਦਾ ਹੈ। ਘਰੋਂ ਦਹੀਂ ਤਿਆਰ ਕਰਕੇ ਰੋਜ਼ 3 ਕੋਹ ਸਤਿਗੁਰੂ ਜੀ ਨੂੰ ਗੋਇੰਦਵਾਲ ਆ ਕੇ ਸਵੇਰ ਵਾਲੇ ਭੋਜਨ ਦੇ ਨਾਲ ਦਹੀਂ ਭੇਂਟ ਕਰਦਾ ਹੈ। ਇਹ ਨੇਮ ਲਗਾਤਾਰ ਨਿਭਾਉਂਦਾ ਆ ਰਿਹਾ ਹੈ। ਬਾਰਿਸ਼ ਹੋਵੇ, ਸਰਦੀ ਹੋਵੇ, ਕੋਈ ਵੀ ਸਮਾਂ ਆਵੇ, ਤਾਂ ਆਪਣੀ ਲੰਗੀ ਲੱਤ ਦੇ ਨਾਲ ਘੋੜੀ ਲੈ ਕੇ ਪੈਦਲ ਚੱਲ ਕੇ ਰੋਜ਼ ਨੇਮ ਨਾਲ ਸਤਿਗੁਰੂ ਦੀ ਸੇਵਾ ਕਰਦਾ ਹੈ। ਤੇ ਫਿਰ ਭਾਵਨਾ ਕੀ ਹੈ? ਨਿਸ਼ਕਾਮ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਮਨ ਦੇ ਵਿੱਚ ਕੋਈ ਇੱਛਾ ਨਹੀਂ ਹੈ, ਗੁਰੂ ਦੇ ਭਾਣੇ ਵਿੱਚ ਚੱਲਣਾ ਚਾਹੁੰਦਾ ਹੈ। ਐ ਨਹੀਂ ਚਾਹੁੰਦਾ ਕਿ ਮੇਰੀ ਲੱਤ ਠੀਕ ਕਰ ਦਿਓ, ਮੈਨੂੰ ਆਹ ਦਾਤ ਦੇ ਦਿਓ। ਨਹੀਂ, ਇਸ ਤਰ੍ਹਾਂ ਦੀ ਬਿਰਤੀ ਨਹੀਂ ਹੈ। ਇੱਕ ਦਿਨ ਪਿੰਡ ਦਾ ਚੌਧਰੀ ਜੀ ਦਾ ਸੁਭਾਅ ਮਖੌਲੀ ਸੀ। ਰਸਤੇ ਵਿੱਚ ਘੇਰ ਲੈਂਦਾ ਹੈ, ਮਖੌਲ ਨਾਲ ਹੌੜੀ ਖੋਹ ਲੈਂਦਾ ਹੈ। ਕਹਿੰਦਾ ਹੈ ਕਿ ਤੇਰੇ ਗੁਰੂ ਨੇ ਤੇਰੀ ਲੱਤ ਤਾਂ ਠੀਕ ਕੀਤੀ ਨਹੀਂ, ਤੂੰ ਰੋਜ਼ਾਨਾ ਉਹਦੇ ਵਾਸਤੇ ਸੇਵਾ ਕਰਦਾ ਹੈ, ਨਾਲੇ ਪਤਾ ਹੈ ਗੁਰੂ ਸਾਹਿਬ ਵਿੱਚ ਅਜ਼ਮਤ ਬੜੀ ਹੈ, ਕਿੰਨੇ ਤਾਂ ਮੁਰਦੇ ਠੀਕ ਕੀਤੇ ਨੇ, ਕਿੰਨੀ ਗੁਰੂ ਦੀ ਮਹਿਮਾ ਹੈ, ਵਡਿਆਈ ਹੈ, ਤੇ ਤੇਰੇ ਵਿੱਚ ਕੀ ਕਮੀ ਹੈ? ਤੇਰੇ ਤੇ ਗੁਰੂ ਦੀ ਦ੍ਰਿਸ਼ਟੀ ਕਿਉਂ ਨਹੀਂ ਹੋਈ? ਤੇ ਫਾਇਦਾ ਕੀ ਹੈ? ਲੰਘਾਉਂਦਾ ਹੀ ਜਾਂਦਾ ਹੈ, ਲੰਘਾਉਂਦਾ ਹੀ ਵਾਪਸ ਆਉਣਾ ਹੈ। ਕਿਉਂਕਿ ਸੰਸਾਰੀ ਲੋਕਾਂ ਦਾ ਅਕਸਰ ਇਦਾਂ ਦਾ ਸੁਭਾਅ ਹੋਇਆ ਕਰਦਾ ਹੈ। ਤਾਂ ਇਸ ਪ੍ਰਕਾਰ ਕੁਝ ਸਮਾਂ ਜਿਹੜਾ ਹੈ, ਭਾਈ ਲੰਗਾ ਜਿਹੜਾ ਹੈ ਚੌਧਰੀ ਦੇ ਰੋਕਣ ਕਰਕੇ ਸਮੇਂ ਤੋਂ ਪਛੜ ਜਾਂਦਾ ਹੈ, ਲੇਟ ਹੋ ਜਾਂਦਾ ਹੈ। ਇੱਧਰ ਸੰਗਤ ਦੇ ਵਿੱਚ ਸਤਿਗੁਰੂ ਬਿਰਾਜਮਾਨ ਨੇ। ਗੁਰੂ ਸਾਹਿਬ ਜੀ ਦੇ ਅੱਗੇ ਭੋਜਨ ਦਾ ਥਾਲ ਪਰੋਸਿਆ ਗਿਆ, ਸੰਗਤ ਨੂੰ ਪੰਗਤ ਵਿੱਚ ਪ੍ਰਸ਼ਾਦ ਵਰਤਾ ਦਿੱਤਾ ਗਿਆ, ਪਰ ਸਤਿਗੁਰੂ ਜੀ ਭੋਜਨ ਛਕ ਨਹੀਂ ਰਹੇ। ਸੰਗਤ ਇਹ ਦੇਖ ਰਹੀ ਹੈ ਕਿ ਗੁਰੂ ਸਾਹਿਬ ਪ੍ਰਸ਼ਾਦਾ ਛਕਣ ਤਾਂ ਅਸੀਂ ਛਕਣਾ ਆਰੰਭ ਕਰੀਏ। ਇਸ ਤਰ੍ਹਾਂ ਭਾਈ ਬੱਲੂ ਨੇ ਬੇਨਤੀ ਕੀਤੀ, ਸਤਿਗੁਰਾਂ ਨੇ ਅਸਲ ਗੱਲ ਦਰਸਾਈ ਹੈ। ਇੰਨੇ ਸਮੇਂ ਤੱਕ ਉਹ ਸਿੱਖ ਵੀ ਦਹੀਂ ਲੈ ਕੇ ਪਹੁੰਚ ਜਾਂਦਾ ਹੈ। ਸਤਿਗੁਰੂ ਜੀ ਭੋਜਨ ਛਕ ਲੈਂਦੇ ਹਨ। ਇਸ ਤੋਂ ਅੱਗੇ ਜਿਵੇਂ ਪ੍ਰਸੰਗ ਚੱਲ ਰਿਹਾ ਹੈ, ਮਨ ਬਿਰਤੀ ਦੀ ਇਕਾਗਰਤਾ ਦੇ ਨਾਲ ਆਓ ਸਾਧ ਸੰਗਤ ਸਤਿਗੁਰਾਂ ਦੇ ਸ਼ਬਦ ਨਾਲ ਸਾਂਝ ਪਾਈਏ ਜੀ। ਇੱਕ ਵਾਰ ਰਸਨਾ ਪਵਿੱਤਰ ਕਰੋ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਨੇ ਮੈਂ ਚਲ ਤੂਰਨ ਆਇਸ,
ਇੰਨੇ ਸਮੇਂ ਨੂੰ ਜਲਦੀ ਨਾਲ ਭਾਈ ਲਗਾ ਪਹੁੰਚ ਜਾਂਦਾ ਹੈ। ਦਦ ਆਗੇ ਧਰ ਸੀਸ ਨਵਾਇਸ। ਦਹੀਂ ਦਾ ਬਰਤਨ ਸਤਿਗੁਰਾਂ ਦੇ ਸਨਮੁਖ ਰੱਖ ਕੇ ਨਮਸਕਾਰ ਕਰਦਾ ਹੈ। ਲੈ ਸਤਿਗੁਰ ਨੇ ਅਚਿਓ ਆਹਾਰ। ਲੈ ਕਰਕੇ ਸਤਿਗੁਰੂ ਜੀ ਨੇ ਭੋਜਨ ਛਕਿਆ ਹੈ। ਅਪਰ ਸਰਬ ਤ੍ਰਿਪਤੇ ਸ਼ੁਧ ਟਾਰ। ਇਸ ਪ੍ਰਕਾਰ ਸਾਰੀ ਸੰਗਤ ਵੀ ਭੋਜਨ ਛਕ ਕੇ ਤ੍ਰਿਪਤ ਹੋਈ ਹੈ। ਖਾਨ ਪਾਨ ਕਰ ਪਾਨ ਪਖਾਰੇ। ਭੋਜਨ ਪਾਣੀ ਛਕ ਕੇ ਸਤਿਗੁਰੂ ਜੀ ਨੇ ਆਪਣੇ ਹੱਥ ਸੁੱਚੇ ਕੀਤੇ ਹਨ। ਸ਼ਰਧਾ ਪੂਰਨ ਹੇਤ ਉਚਾਰੇ। ਸਿੱਖ ਦੀ ਸ਼ਰਧਾ ਪੂਰਨ ਕਰਨ ਵਾਸਤੇ ਸਤਿਗੁਰੂ ਜੀ ਆਖਦੇ ਹਨ ਆਜ ਕਹਾਂ ਤੁਮ ਬਿਲਮ ਲਗਾਈ। ਕਿ ਹੇ ਭਾਈ ਲੰਗਾ, ਅੱਜ ਤੂੰ ਇਹ ਦੇਰ ਕਿਉਂ ਲਗਾ ਦਿੱਤੀ ਹੈ? ਆਇਬ ਭੋਜਨ ਸਮੋ ਬਤਾਈ। ਸਮਾਂ ਬਤੀਤ ਹੋ ਗਿਆ, ਤੂੰ ਭੋਜਨ ਜਿਹੜਾ ਹੈ ਪਛੜ ਕੇ ਲੈ ਕੇ ਆਇਆ ਹੈ। ਹਾਥ ਜੋਰ ਤਿਨ ਸਰਵ ਪ੍ਰਕਾਸ਼ੀ। ਹੱਥ ਜੋੜ ਕੇ ਸਤਿਗੁਰੂ ਜੀ ਅੱਗੇ ਇਸ ਤਰ੍ਹਾਂ ਬੇਨਤੀ ਕਰਦਾ ਹੈ। ਕਰੀ ਪੰਚ ਨੇ ਮੋਹ ਸੰਗ ਹਾਸੀ। ਕਹਿਣ ਲੱਗਾ ਕਿ ਮਹਾਰਾਜ, ਪਿੰਡ ਦੇ ਚੌਧਰੀ ਪੰਚ ਨੇ ਮੇਰੇ ਨਾਲ ਰਸਤੇ ਵਿੱਚ ਮਜ਼ਾਕ ਕੀਤਾ ਹੈ। ਗੁਰ ਜੇ ਸਮਰੱਥ ਸੇਵਕ ਕਮਾਈ। ਕਹਿਣ ਲੱਗਾ ਕਿ ਜੇ ਤੂੰ ਸਮਰੱਥ ਗੁਰੂ ਦੀ ਸੇਵਾ ਕਮਾ ਰਿਹਾ ਹੈ, ਟੰਗਰੀ ਲੰਗਰੀ ਕਿਉਂ ਨਾ ਬਣਾਈ। ਤੇਰੀ ਇਹ ਲੰਗੜੀ ਜਿਹੜੀ ਲੱਤ ਹੈ ਗੁਰੂ ਨੇ ਕਿਉਂ ਸਾਬਤ ਨਹੀਂ ਕੀਤੀ ਹੈ? ਆਵਤ ਜਾਤ ਬਾਦ ਸ਼ਰਮ ਕਰਿਓ। ਇਸ ਤਰ੍ਹਾਂ ਆਉਂਦਾ ਜਾਂਦਾ ਤੂੰ ਬੜੀ ਮਿਹਨਤ ਕਰਦਾ ਹੈ ਦੁਤੀਆ ਪੈਰ ਜੋ ਨਹਿਨ ਸੁਧਰਿਓ। ਤੇ ਤੇਰਾ ਦੂਜਾ ਪੈਰ ਜਿਹੜਾ ਹੈ ਉਹ ਤਾਂ ਠੀਕ ਨਹੀਂ ਹੋਇਆ, ਸੁਧਰਿਆ ਨਹੀਂ ਹੈ। ਕਾਸ਼ਟ ਕੀ ਟੰਗਿਆ ਮਸ਼ੀਨੀ। ਤੇ ਉਹਨੇ ਮਜ਼ਾਕ ਦੇ ਨਾਲ ਸਤਿਗੁਰੂ ਜੀ ਮੇਰੀ ਲੱਕੜ ਦੀ ਜਿਹੜੀ ਘੋੜੀ ਹੈ ਉਹ ਖੋਹ ਲਈ ਸੀ। ਕੇ ਤਕਦੇਰ ਕਰ ਮੁਝ ਕੋ ਦੀਨੀ। ਤੇ ਬਹੁਤ ਦੇਰ ਬਾਅਦ ਜਿਹੜੀ ਸੀ ਉਹ ਮੈਨੂੰ ਦਿੱਤੀ ਹੈ। ਇਸ ਬਿਦ ਬਿਲਮ ਲਗੀ ਮੁਝਾਵਤ। ਇਹ ਕਾਰਨ ਸੀ, ਇਸ ਲਈ ਮੈਨੂੰ ਦੇਰ ਹੋ ਗਈ ਹੈ। ਜਬ ਤਿਨ ਦਈ ਆਏ ਉਤਲਾਵਤ। ਇਸ ਲਈ ਫਿਰ ਮੈਂ ਜਲਦੀ ਜਲਦੀ ਦੇ ਨਾਲ ਯਤਨ ਕਰਕੇ ਪਹੁੰਚ ਗਿਆ ਹਾਂ। ਸੁਨ ਕੈ ਗੁਰ ਸਾਬਿਖੈ ਅਲਾਈ। ਸੁਣ ਕੇ ਸਾਰਿਆਂ ਦੇ ਵਿੱਚ ਸਤਿਗੁਰੂ ਜੀ ਆਖਦੇ ਹਨ ਬਾਤ ਨਹੀਂ ਹਮਰੇ ਚਿਤ ਆਈ। ਕਿ ਇਹ ਗੱਲ ਜਿਹੜੀ ਹੈ ਇਹ ਸਾਡੇ ਚਿੱਤ ਵਿੱਚ ਨਹੀਂ ਆਈ ਹੈ। ਸ਼ਾਹ ਹੁਸੈਨ ਪਾਸ ਅਬ ਜਾਵੋ। ਹੁਣ ਭਾਈ ਲੰਗਾ, ਤੁਸੀਂ ਇਸ ਤਰ੍ਹਾਂ ਕਰੋ, ਇੱਥੇ ਨੇੜੇ ਹੀ ਸ਼ਾਹ ਹੁਸੈਨ ਦਾ ਡੇਰਾ ਹੈ, ਉਸ ਦੇ ਕੋਲ ਜਾਣਾ ਕਰੋ। ਤਿਸ ਤੇ ਨਿਜ ਟੰਗਰੀ ਸੁਧ ਰਹਾਵੋ। ਤਾਂ ਉਸ ਦੇ ਕੋਲੋਂ ਇਹ ਆਪਣੀ ਲੱਤ ਜਿਹੜੀ ਹੈ ਠੀਕ ਕਰਵਾ ਸਕਦੇ ਹੋ। ਜਬ ਤੂੰ ਮਿਲਹਿ ਜਾਏ ਧਰ ਭਾਓ। ਜਦੋਂ ਤੂੰ ਭਾਵਨਾ ਧਾਰ ਕੇ ਸ਼ਾਹ ਹੁਸੈਨ ਦੇ ਕੋਲ ਜਾਵੇਂਗਾ, ਪਹਿ ਟੰਗਰੀ ਬਿਲਮ ਨ ਕਾਉ। ਉਹ ਤੇਰੀ ਲੱਤ ਠੀਕ ਕਰ ਦੇਣਗੇ, ਦੇਰ ਨਹੀਂ ਲਾਉਂਦੇ ਹਨ। ਮਾਨ ਬਚਨ ਗੁਰ ਕੋ ਤਬ ਗਇਓ। ਸਤਿਗੁਰਾਂ ਦਾ ਵਚਨ ਮੰਨ ਕੇ ਭਾਈ ਲੰਗਾ ਚਲਿਆ ਜਾਂਦਾ ਹੈ। ਸ਼ਾਹ ਹੁਸੈਨ ਨਿਕਟ ਜਾ ਪਇਓ। ਜਦੋਂ ਸ਼ਾਹ ਹੁਸੈਨ ਦੇ ਨੇੜੇ ਪਹੁੰਚਦਾ ਹੈ, ਇਸ ਪ੍ਰਕਾਰ ਤੇ ਹੁਤੋ ਸੁਭਾਉ। ਉਹ ਜੋ ਸ਼ਾਹ ਹੁਸੈਨ ਹੈ ਉਸ ਦਾ ਕਵੀ ਜੀ ਕਹਿੰਦੇ ਇਸ ਪ੍ਰਕਾਰ ਦਾ ਸੁਭਾਅ ਹੈ। ਨਿਕਟ ਜੋ ਆਵੈ ਮਾਰ ਭਗਾਉ। ਜਿਹੜਾ ਨੇੜੇ ਆਉਂਦਾ ਹੈ ਉਹਨੂੰ ਡਰਾ ਕੇ ਭਜਾ ਦਿੰਦਾ ਹੈ। ਗੁਰ ਆਗਿਆ ਤੇ ਸਿੱਖ ਜਬ ਗਇਓ। ਗੁਰੂ ਸਾਹਿਬ ਦੀ ਆਗਿਆ ਪਾ ਕੇ ਜਦੋਂ ਸਿੱਖ ਜਾਂਦਾ ਹੈ, ਇਸ ਕੋ ਨਹੀਂ ਹਤਨ ਕਿਛ ਕੀਓ। ਤਾਂ ਇਸ ਪ੍ਰਕਾਰ ਜਿਹੜਾ ਹੈ ਭਾਈ ਲੰਗਾ ਨੂੰ ਸ਼ਾਹ ਹੁਸੈਨ ਨੇ ਡਰਾਇਆ ਨਹੀਂ ਹੈ। ਬੂਝਤ ਪਇਓ ਕਹਾਂ ਤੇ ਆਇਸ। ਸਗੋਂ ਪੁੱਛਿਆ ਹੈ ਕਿ ਭਾਈ ਕਿੱਥੋਂ ਆਇਆ ਹੈ? ਸਿਰ ਨਵਾਏ ਇਨ ਸਗਲ ਸੁਨਾਇਸ। ਤਾਂ ਸਿੱਖ ਨੇ ਸਿਰ ਨਵਾ ਕੇ ਇਸ ਤਰ੍ਹਾਂ ਆਖਿਆ ਹੈ। ਹਾਥ ਬੰਦ ਹੋਏ ਸਨਮੁਖ ਬੈਠਿਓ। ਹੱਥ ਬੰਨ ਕੇ ਸ਼ਾਹ ਹੁਸੈਨ ਦੇ ਸਨਮੁਖ ਬੈਠ ਜਾਂਦਾ ਹੈ। ਦੇਖ ਹੁਸੈਨ ਸ਼ਾਹ ਤਬ ਐਂਠਿਓ। ਤਾਂ ਸ਼ਾਹ ਹੁਸੈਨ ਦੇਖ ਕੇ ਇੱਕਦਮ ਆਕੜ ਵਿੱਚ ਆ ਜਾਂਦਾ ਹੈ। ਹੱਥ ਕੇ ਕੁਤਕਾ ਝਿਰਕ ਉਠਾਇਵ। ਇੱਕਦਮ ਡੰਡਾ ਫੜ ਕੇ ਤੇ ਦਬਕਾ ਮਾਰ ਕੇ ਡਰਾਉਣ ਲੱਗਦਾ ਹੈ। ਡਰ ਕਰ ਭਾਗ ਚਲਿਓ ਉਤਲਾਇਵ। ਤੇ ਜਦੋਂ ਲਗਾ ਨੇ ਦੇਖਿਆ ਕਿ ਡਾਂਗ ਵੱਜਣ ਲੱਗੀ ਹੈ, ਵਿਚਾਰਾ ਡਰਦਾ ਮਾਰਾ ਇੱਕਦਮ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਪ੍ਰਿਸ਼ਟ ਫੇਰ ਜਬ ਭਾਜਤ ਪਇਓ। ਜਦੋਂ ਪਿੱਠ ਫੇਰ ਕੇ ਦੌੜਨ ਲੱਗਦਾ ਹੈ, ਚਰਨ ਦੂਸਰ ਤਸ ਬਨ ਗਇਓ। ਸਤਿਗੁਰੂ ਦੀ ਰਹਿਮਤ ਨਾਲ ਜਿਹੜਾ ਦੂਸਰਾ ਚਰਨ ਹੈ, ਦੂਸਰੀ ਲੱਤ ਹੈ, ਉਹ ਇੱਕਦਮ ਠੀਕ ਹੋ ਜਾਂਦੀ ਹੈ। ਅਚਰਜ ਹੋਏ ਕਰ ਹਟਿਓ ਪਛਾਰੀ। ਇੱਕਦਮ
ਇਕਦਮ ਹੈਰਾਨ ਵਿਸਮਾਦ ਵਿੱਚ ਆ ਜਾਂਦਾ ਹੈ। ਗਹੇ ਚਰਨ ਪਰ ਰਹਿਓ ਅਗਾਰੀ ਤਾਂ ਉਸੇ ਪ੍ਰਕਾਰ ਹੀ ਭਾਈ ਸ਼ਾਹ ਹੁਸੈਨ ਦੇ ਘੁੱਟ ਕੇ ਚਰਨ ਪਕੜ ਲੈਂਦਾ ਹੈ। ਮੁਝ ਲੰਗਰੇ ਕੀ ਟਾਂਗ ਬਣਾਈ ਕਹਿਣ ਲੱਗਾ, ਧੰਨ ਹੋ, ਮੇਰੀ ਲੰਗੜੇ ਦੀ ਲੱਤ ਠੀਕ ਕਰ ਦਿੱਤੀ ਹੈ। ਆਹੇ ਆਪ ਕੀ ਅਦਕ ਬੜਾਈ ਆਪ ਜੀ ਦੀ ਇਹ ਬਹੁਤ ਵੱਡੀ ਵਡਿਆਈ ਮਹਿਮਾ ਹੈ। ਸ਼ਾਹ ਹੁਸੈਨ ਬੈਣ ਤਬ ਕਹੇ ਤਾਂ ਉਸ ਪ੍ਰਕਾਰ ਸ਼ਾਹ ਹੁਸੈਨ ਜੀ ਇਸ ਤਰ੍ਹਾਂ ਆਖਦੇ ਹਨ। ਕਰਨ ਕਰਾਵਣ ਔਰੈ ਅਹੈ ਕਹਿਣ ਲੱਗੇ ਕਿ ਮੈਂ ਕੁਝ ਨਹੀਂ ਕੀਤਾ, ਕਰਨ ਕਰਾਉਣ ਵਾਲਾ ਤਾਂ ਕੋਈ ਹੋਰ ਹੈ। ਸ੍ਰੀ ਗੁਰੂ ਅਮਰਦਾਸ ਸਭ ਸੁਆਮੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਜੋ ਸਭਨਾਂ ਦੇ ਮਾਲਕ ਹਨ। ਕਰਹਿ ਆਪ ਹਮ ਦੇ ਬਦਨਾਮੀ ਆਪ ਸਾਰੀ ਕਿਰਪਾ ਕਰਦੇ ਨੇ, ਲੇਕਿਨ ਸਾਡਾ ਨਾਂ ਹੀ ਬਦਨਾਮ ਕਰਨ ਵਾਲੇ ਹਨ। ਆਪ ਗਮਨੋ ਰਹੀਏ ਤਿਨ ਸ਼ਰਣੀ ਇਸ ਲਈ ਤੁਸੀਂ ਉਹਨਾਂ ਦੇ ਚਰਨਾਂ ਨਾਲ ਹੀ ਸਦਾ ਜੁੜੇ ਰਹੋ। ਹਮ ਦੇਸ਼ ਤੇ ਕਹੋ ਪਰਣੋ ਤੇ ਚਰਣੀ ਮੇਰੇ ਵੱਲੋਂ ਵੀ ਤੁਸੀਂ ਜਾ ਕੇ ਗੁਰੂ ਜੀ ਨੂੰ ਕਹਿਣਾ ਕਿ ਸ਼ਾਹ ਹੁਸੈਨ ਵੀ ਆਪ ਜੀ ਦੇ ਚਰਨੀ ਪੈਂਦਾ ਹੈ। ਸਤਿਗੁਰ ਪਰ ਹੀ ਧਰੋ ਭਰੋਸਾ ਤੁਸੀਂ ਸਤਿਗੁਰੂ ਉੱਪਰ ਹੀ ਪੂਰਨ ਭਰੋਸਾ ਵਿਸ਼ਵਾਸ ਰੱਖਣਾ ਹੈ। ਹਮ ਸਮਦਾਸ ਅਨੇਕ ਅਦੋਸ਼ ਸਾਡੇ ਵਰਗੇ ਤਾਂ ਉਹਨਾਂ ਦੇ ਅਨੇਕ ਅਦੋਸ਼ ਸੇਵਕ ਹਨ, ਕਿਉਂਕਿ ਸਾਧ ਸੰਗਤ ਦੇ ਹੀ ਸਿੱਖੀ ਦਾ ਮੂਲ ਹੈ ਕਿ ਕਰਨ ਕਰਾਉਣ ਵਾਲੇ ਸਮਰੱਥ ਗੁਰੂ ਜੀ ਹਨ। ਜੇ ਸਿੱਖ ਦੇ ਦੁਆਰਾ ਵੀ ਕੋਈ ਰਹਿਮਤ ਵਾਪਰਦੀ ਹੈ ਨਾ, ਤੇ ਜਿਹੜਾ ਸੱਚਾ ਸਿੱਖ ਹੈ, ਰੱਬ ਦਾ ਗੁਰੂ ਦਾ ਅਸਲ ਭਗਤ ਹੈ, ਉਹ ਵਡਿਆਈ ਆਪਣੇ ਮਾਲਕ ਨੂੰ ਹੀ ਦਿੰਦਾ ਹੈ। ਉਹ ਵਡਿਆਈ ਆਪਣੀ ਝੋਲੀ ਪਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਪਰ ਗੁਰੂ ਦੀ ਵੀ ਇਹ ਵਡਿਆਈ ਹੈ ਕਿ ਗੁਰੂ ਸਾਹਿਬ ਵੀ ਕਈ ਵਾਰ ਆਪਣੇ ਸੇਵਕਾਂ ਨੂੰ ਵਡਿਆਈ ਤੇ ਮਾਣ ਦਿੰਦੇ ਨੇ। ਜਿਵੇਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਣ ਦਿੱਤਾ ਹੈ। ਮਾਤ ਗੰਗਾ ਜੀ ਨੂੰ ਅਰਦਾਸ ਕਰਨ ਵਾਸਤੇ ਬਾਬਾ ਬੁੱਢਾ ਜੀ ਦੇ ਕੋਲ ਭੇਜਿਆ ਹੈ, ਭਾਵੇਂ ਕਿ ਆਪ ਜੀ ਸਰਬ ਕਲਾ ਸਮਰੱਥ ਨੇ। ਕਿਉਂਕਿ ਬਾਣੀ ਕਹਿੰਦੀ ਹੈ, ਜੇ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹੜੇ ਸਤਿਗੁਰੂ ਦਾ ਅਦਬ ਕਰਦੇ ਨੇ, ਪੂਜਾ ਕਰਦੇ ਨੇ, ਮਾਲਕ ਉਹਨਾਂ ਦੀ ਪੂਜਾ ਜਿਹੜੀ ਹੈ ਜਗਤ ਕੋਲੋਂ ਕਰਵਾ ਦਿੰਦਾ ਹੈ। ਵਾਹੋ ਵਾਹੋ ਕਰੇ ਸੇਈ ਜਨ ਸੋਹਣੇ, ਤਿਨ ਕਉ ਪਰਜਾ ਪੂਜਨ ਆਈ। ਇਵੇਂ ਸਤਿਗੁਰੂ ਜੀ ਨੇ ਆਪਣੇ ਸੇਵਕ ਭਾਈ ਸ਼ਾਹ ਹੁਸੈਨ ਨੂੰ ਇਹ ਮਾਣ ਮਰਾਤਬਾ ਬਖਸ਼ਿਸ਼ ਕੀਤਾ ਹੈ। ਵੇਖ ਚਰਿੱਤਰ ਸਭ ਹੀ ਬਿਸਮਾਏ ਇਹ ਚਰਿੱਤਰ ਵੇਖ ਕੇ ਸਾਰੇ ਹੀ ਬਿਸਮਾਦ ਹੈਰਾਨ ਹੋ ਜਾਂਦੇ ਹਨ। ਆਚਰਜ ਗਤ ਕੁਛ ਲਖੀ ਨਾ ਜਾਏ ਇਹ ਗਤ ਜਿਹੜੀ ਹੈ ਬੜੀ ਹੈਰਾਨੀ ਵਾਲੀ ਹੈ, ਅਚਰਜ ਹੈ, ਲਖਤਾ ਤੋਂ ਪਰੇ ਹੈ। ਜਬ ਖਤਰੀ ਆਇਓ ਚਲ ਪਾਸ ਜਾਂ ਉਹ ਖੱਤਰੀ ਭਾਈ ਲੰਗਾ ਮੁੜ ਕੇ ਸਤਿਗੁਰੂ ਜੀ ਪਾਸ ਆਉਂਦਾ ਹੈ। ਬਿਕਸੇ ਸਤਿਗੁਰ ਕਿਰਪਾ ਆਵਾਸ ਸਤਿਗੁਰੂ ਜੀ ਵੇਖ ਕੇ ਕਿਰਪਾ ਨਿਦਾਨ ਪਾਤਸ਼ਾਹ ਜੀ ਮੁਸਕਰਾਉਂਦੇ ਹਨ। ਮਹਾਰਾਜ ਸੇਵਾ ਫਲ ਦਾਤ ਮਹਾਰਾਜ ਜੀ ਆਪਣੇ ਸੇਵਕਾਂ ਨੂੰ ਫਲ ਦੇਣ ਵਾਲੇ ਹਨ। ਸਿੱਖ ਵਤਸਲ ਦੇ ਆਤਮ ਗਿਆਤ ਸਿੱਖਾਂ ਨੂੰ ਮਹਾਨ ਬਖਸ਼ਾਂ ਕਰਕੇ ਆਤਮ ਗਿਆਨ ਦੇਣ ਵਾਲੇ ਹਨ। ਜਹ ਕਹਿ ਪੂਰਨ ਕੀਰਤ ਹੋਈ ਜਿੱਥੇ ਕਿੱਥੇ ਸਤਿਗੁਰੂ ਜੀ ਦੀ ਪੂਰਨ ਕੀਰਤੀ ਵਡਿਆਈ ਜਸ ਹੋ ਰਿਹਾ ਹੈ। ਪੀਰ ਫਕੀਰ ਪਖਹਿ ਸਭ ਕੋਈ ਸਾਰੇ ਪੀਰ ਫਕੀਰ ਸਤਿਗੁਰੂ ਜੀ ਦੀ ਮਹਿਮਾ ਕਰਦੇ ਹਨ। ਸੰਤ ਸਾਧ ਬੈਰਾਗੀ ਜਤੀ ਜਿੰਨੇ ਪ੍ਰਕਾਰ ਦੇ ਵੀ ਸੰਤ ਸਾਧ ਬੈਰਾਗੀ ਜਤੀ ਆਦਿਕ ਹਨ। ਦਰਸ ਹੈ ਸਤਿਗੁਰ ਕੋ ਸ਼ੁਭ ਮਤੀ ਸ਼ੁਭ ਮਤ ਵਾਲੇ ਸਾਰੇ ਹੀ ਸਤਿਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਇੱਕ ਦਿਨ ਸੰਗਤ ਸਤਿਗੁਰ ਪਾਸ ਇੱਕ ਦਿਨ ਸਤਿਗੁਰੂ ਜੀ ਦੇ ਪਾਸ ਸਾਰੀ ਸੰਗਤ ਬੈਠੀ ਹੋਈ ਹੈ। ਬੈਠੀ ਹੁਤੀ ਬ੍ਰਿੰਦ ਚਾਹੁ ਪਾਸ ਚਾਰੋਂ ਤਰਫ ਹੀ ਸੰਗਤ ਸਜੀ ਹੋਈ ਹੈ। ਬਾਬੇ ਬੁੱਢੇ ਆਦਿਕ ਸਿੱਖ ਸਿਆਣੇ ਬਾਬਾ ਬੁੱਢਾ ਜੀ ਆਦਿਕ ਸਿਆਣੇ ਬੁੱਧੀਵਾਨ ਸਿੱਖ ਵੀ ਬਿਰਾਜਮਾਨ ਹਨ। ਹਿਤ ਬੂਝਨ ਕੇ ਬੈਨ ਬਖਾਨੇ ਹਿੱਤ ਵਾਸਤੇ, ਹਿੱਤ ਦਾ ਭਾਵ ਹੁੰਦਾ ਹੈ ਸਾਧ ਸੰਗਤ ਬਾਬਾ ਬੁੱਢਾ ਜੀ ਸਭ ਕੁਝ ਜਾਣਦੇ ਨੇ, ਪਰ ਕਈ ਵਾਰ ਗੁਰਮੁਖ ਪਿਆਰੇ ਆਪ ਹੀ ਇਦਾਂ ਦਾ ਪ੍ਰਸ਼ਨ ਕਰ ਦਿੰਦੇ ਨੇ ਜਿਹਦੇ ਨਾਲ ਸੰਗਤਾਂ ਦੇ ਸ਼ੰਕੇ ਨਿਵਰਤ ਹੋ ਜਾਣ। ਸੰਗਤ ਦੇ ਹਿੱਤ ਨੂੰ ਜਾਣਦਿਆਂ ਹੋਇਆਂ ਬਾਬਾ ਬੁੱਢਾ ਜੀ ਨੇ ਇਸ ਪ੍ਰਕਾਰ ਸਤਿਗੁਰੂ ਜੀ ਨੂੰ ਪ੍ਰਸ਼ਨ ਕੀਤਾ ਹੈ। ਸਿੱਖੀ ਕੀ ਰਹਿਣੀ ਜਿਸ ਢਾੜ ਜਿਹੜੀ ਸਿੱਖੀ ਦੀ ਸਤਿਗੁਰੂ ਜੀ ਰਹਿਣੀ ਹੈ ਉਹ ਕਿਸ ਪ੍ਰਕਾਰ ਹੈ। ਸ੍ਰੀ ਮੁਖ ਤੇ ਅਬ ਕਹੋ ਕਿਰਪਾਲ हे ਕਿਰਪਾਲੂ ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰੋ। ਜਿਸ ਮੈਂ ਸਿੱਖ ਵਰਤੈ ਗਤਲ ਹੈ ਜਿਸ ਰਹਿਣੀ ਵਿੱਚ ਰਹਿ ਕੇ ਸਿੱਖ ਉੱਚੀ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ। ਬਹੁ ਜਲ ਵਿਖੇ ਬਹੁਰ ਨਹਿ
ਨਹਿ ਬਹੈ ਭਵ ਜਲ ਦੇ ਵਿੱਚ ਮੁੜ ਕੇ ਵਹਿਣ ਤੋਂ ਬਚ ਸਕਦਾ ਹੈ। ਸੋਨ ਸਸ ਮੁਖ ਤੇ ਸੁਦਾ ਸਮਾਨੀ ਸਤਿਗੁਰੂ ਜੀ ਨੇ ਜੋ ਆਪਣੇ ਚੰਦਰ ਮੁਖ ਤੋਂ ਅੰਮ੍ਰਿਤ ਬਚਨ ਆਖੇ ਹਨ, ਸਤਿਗੁਰ ਕਰਣਾ ਕਰੀ ਬਖਾਨੀ ਸਤਿਗੁਰੂ ਇਸ ਪ੍ਰਕਾਰ ਵਿਖਿਆਨ ਕਰਦੇ ਹਨ। ਗੁਰ ਬਾਕ ਦ੍ਰਿੜ ਜਿਨ ਕਰ ਮਾਨੇ ਜਿਹੜੇ ਸਿੱਖ ਗੁਰੂ ਦੇ ਬਚਨ ਨੂੰ ਦ੍ਰਿੜ ਨਿਸ਼ਚੇ ਨਾਲ ਮੰਨਦੇ ਹਨ, ਸੋ ਮਮ ਪਿਆਰੋ ਸਿੱਖ ਮਹਾਨੇ ਉਹ ਸਿੱਖ ਮੈਨੂੰ ਬਹੁਤ ਮਹਾਨ ਤੇ ਪਿਆਰੇ ਲੱਗਦੇ ਹਨ। ਜਾਗਹਿ ਜਾਮ ਜਾਮ ਨੀ ਰਹੇ ਕਿਉਂਕਿ ਸਾਧ ਸੰਗਤ ਬਾਣੀ ਦੇ ਬਚਨ ਨੇ, ਧੰਨ ਗੁਰੂ ਅਮਰਦਾਸ ਜੀ ਦੇ ਬਚਨ ਨੇ ਸੋਠ ਰਾਗ ਅੰਦਰ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਉਹ ਸਾਡਾ ਸਿੱਖ ਹੈ, ਬੰਧਪ ਰਿਸ਼ਤੇਦਾਰ ਹੈ, ਭਾਈ ਹੈ। ਉਹਦੇ ਨਾਲ ਹੀ ਸਾਡਾ ਪ੍ਰੇਮ ਹੈ। ਜਿਹੜਾ ਸਿੱਖ ਗੁਰੂ ਦੇ ਭਾਣੇ ਵਿੱਚ ਰਹਿੰਦਾ ਹੈ, ਰਜਾ ਤੇ ਹੁਕਮ ਨੂੰ ਮੰਨਦਾ ਹੈ। ਜਿਹੜਾ ਭਾਈ ਆਪਣੇ ਭਾਣੇ ਵਿੱਚ ਚੱਲਦਾ ਹੈ, ਆਪਣੀ ਮਤ ਅਨੁਸਾਰ, ਉਹ ਗੁਰੂ ਤੋਂ ਵਿਛੜ ਕੇ ਹਮੇਸ਼ਾ ਮੋਹ ਮਾਇਆ ਦੀਆਂ ਚੋਟਾਂ ਹੀ ਖਾਂਦਾ ਹੈ। ਕਿਉਂਕਿ ਸਾਧ ਸੰਗਤ ਗੁਰੂ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਗੁਰੂ ਤਾਂ ਇੱਕ ਉੱਚ ਪਦਵੀ ਦਾ ਮਾਲਕ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜੇ ਬਚਨ ਅਸੀਂ ਗੁਰੂ ਦਾ ਮੰਨਾਂਗੇ ਤਾਂ ਆਪਣਾ ਭਲਾ ਕਰ ਲਵਾਂਗੇ, ਨਹੀਂ ਮੰਨਾਂਗੇ ਤੇ ਵਿਛੜ ਕੇ ਚੋਟਾਂ ਖਾਵਾਂਗੇ। ਪਾਣੀ ਨਦੀ ਦੇ ਵਿੱਚ ਵਹਿੰਦਾ ਜਾਂਦਾ ਹੈ, ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਜਿਸ ਪਾਣੀ ਦਾ ਵਹਾਅ ਨਾਲੋਂ ਸੰਬੰਧ ਟੁੱਟ ਜਾਂਦਾ ਹੈ, ਉਹਦੇ ਵਿੱਚ ਕਿਰਮ ਚੱਲ ਜਾਂਦੇ ਨੇ, ਉਹ ਆਪ ਦੁਖੀ ਹੁੰਦਾ ਹੈ। ਇਸ ਲਈ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਉਹ ਆਪ ਮੋਹ ਮਾਇਆ ਦੀਆਂ ਚੋਟਾਂ ਖਾਂਦੇ ਨੇ, ਜਨਮ ਮਰਨ ਦੇ ਗੇੜ ਵਿੱਚ ਪੈ ਰਹਿੰਦੇ ਨੇ। ਜਿਹੜੇ ਭਾਣੇ ਵਿੱਚ ਚੜ੍ਹਦੇ ਨੇ, ਉਹ ਗੁਰੂ ਨੂੰ ਪਿਆਰੇ ਲੱਗਦੇ ਨੇ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਹਨ। ਜਾਗਹਿ ਜਾਮ ਜਾਮ ਨੀ ਰਹੇ ਜਿਹੜਾ ਸਿੱਖ ਪਹਿਰ ਰਾਤ ਰਹਿੰਦੀ ਤੋਂ ਜਾਗ ਪੈਂਦਾ ਹੈ, ਮੱਜਨ ਕਰੇ ਇਕਾਂਤ ਹੋਏ ਬਹੈ ਇਸ਼ਨਾਨ ਕਰਕੇ ਇਕਾਂਤਵਾਸ ਹੋ ਕੇ ਬੈਠਦਾ ਹੈ। ਮੋਰ ਸਰੂਪ ਹਿਰਦੇ ਮੋਹ ਧਾਰੇ ਮੇਰੇ ਸਰੂਪ ਨੂੰ ਆਪਣੇ ਹਿਰਦੇ ਵਿੱਚ ਧਿਆਨ ਧਰਦਾ ਹੈ। ਗੁਰਬਾਣੀ ਕੋ ਹਿਰਦੈ ਵਿਚਾਰੇ ਤੇ ਫਿਰ ਸਤਿਗੁਰੂ ਜੀ ਦੀ ਬਾਣੀ ਦੀ ਹਿਰਦੇ ਵਿੱਚ ਵਿਚਾਰ ਕਰਦਾ ਹੈ। ਮਨ ਦ੍ਰਿੜ ਕਰਕੇ ਸੁਰਤ ਟਿਕਾਵੇ ਮਨ ਨੂੰ ਦ੍ਰਿੜ ਕਰਕੇ ਸੁਰਤ ਨੂੰ ਇੱਕ ਸ਼ਬਦ ਦੇ ਵਿੱਚ ਟਿਕਾਉਂਦਾ ਹੈ। ਪ੍ਰਾਤଃ ਹੋਤ ਲੋ ਨਾਮ ਅਲਾਵੇ ਦਿਨ ਚੜ੍ਹਨ ਤੱਕ ਇਸ ਪ੍ਰਕਾਰ ਨਾਮ ਦਾ ਅਭਿਆਸ ਕਰਦਾ ਹੈ। ਕਿਉਂਕਿ ਇੱਕੋ ਬਾਣੀ ਚੋਂ ਆਪਾਂ ਗੁਰੂ ਰਾਮਦਾਸ ਜੀ ਦੇ ਬਚਨ ਵੀ ਪੜ੍ਹਦੇ ਹਾਂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨ ਆਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸਨੋਂ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਇਸ ਲਈ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਕੇ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਨਾ ਹੈ। ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਧਿਆਨ ਸੁਰਤ ਕਿੱਥੇ ਟਿਕਾਉਣੀ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਜੋ ਅਸੀਂ ਰਸਨਾ ਤੋਂ ਸ਼ਬਦ ਉਚਾਰਦੇ ਹਾਂ ਨਾ, ਜਦੋਂ ਵਾਹਿਗੁਰੂ ਜਪਦੇ ਹਾਂ ਤੇ ਸੁਰਤ ਸ਼ਬਦ ਵਿੱਚ ਟਿਕਾਉਣੀ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ, ਸੁਰਤ ਨੂੰ ਸ਼ਬਦ ਵਿੱਚ ਲੀਨ ਕਰਨਾ ਹੈ। ਸਾਰੀ ਖੇਡ ਇਹਦੇ ਵਿੱਚ ਹੀ ਵਾਪਰਦੀ ਹੈ। ਧਿਆਨ ਇਹਦੇ ਨਾਲ ਹੀ ਹਿਰਦੇ ਵਿੱਚ ਰਹਿੰਦਾ ਹੈ। ਇਸ ਲਈ ਸਿੱਖ ਨੇ ਕਿਸੇ ਅਸਥੂਲ ਵਸਤੂ ਦਾ ਧਿਆਨ ਨਹੀਂ ਧਰਨਾ, ਸ਼ਬਦ ਦਾ ਹੀ ਧਿਆਨ ਪਹਿਲਾਂ ਧਰਨਾ ਹੈ। ਤੇ ਜਿਵੇਂ ਜਿਵੇਂ ਅਸੀਂ ਧਿਆਨ ਧਰਾਂਗੇ, ਅਗਲੀ ਬਖਸ਼ਿਸ਼ ਆਪਣੇ ਆਪ ਹੀ ਹੁੰਦੀ ਜਾਣੀ ਹੈ। ਇਹ ਅਭਿਆਸ ਕਰਨ ਦਾ ਇੱਕ ਤਰੀਕਾ ਹੈ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਸਾਨੂੰ ਅਨੇਕਾਂ ਵਾਰ ਇਹਦੀ ਸੇਧ ਦਿੱਤੀ ਹੈ। ਤੇ ਜੇ ਆਪਾਂ ਬਾਣੀ ਪੜ੍ਹ ਕੇ, ਕਥਾ ਸੁਣ ਕੇ, ਕੀਰਤਨ ਸੁਣ ਕੇ ਵੀ ਅਭਿਆਸ ਨਹੀਂ ਕਰਦੇ, ਨਾਮ ਨਹੀਂ ਜਪਦੇ, ਵੇਖੋ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੇ ਅੰਦਰ ਪ੍ਰਭੂ ਦੇ ਸਿਮਰਨ ਦੀ ਕਿੰਨੀ ਵੱਡੀ ਮਹਿਮਾ ਕੀਤੀ ਗਈ ਹੈ।
ਤੇ ਜੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਵੀ ਆਪਾਂ ਸਿਮਰਨ ਸਾਧਨਾ ਵਿੱਚ ਧਿਆਨ ਵਿੱਚ ਨਹੀਂ ਬੈਠਦੇ, ਫਿਰ ਸਾਡੇ ਵਾਸਤੇ ਗੱਲ ਠੀਕ ਨਹੀਂ ਹੈ। ਅਭਿਆਸ ਕਰਨਾ, ਧਿਆਨ ਧਰਨਾ ਜਿਹੜਾ ਹੈ ਬੜਾ ਜ਼ਰੂਰੀ ਹੈ। ਧਿਆਨ ਧਰੋ ਤਿਹ ਕੋ ਮਨ ਮੈਂ, ਜਿਹ ਕੋ ਅਮਿਤੋਜ ਸਭੈ ਜਗ ਛਾਇਓ। ਉਸ ਅਕਾਲ ਪੁਰਖ ਦਾ ਧਿਆਨ ਆਪਣੇ ਹਿਰਦੇ ਵਿੱਚ ਧਰਨਾ ਹੈ, ਕਿਉਂਕਿ ਪਰਿਪੂਰਨ ਪਰਮੇਸ਼ਰ ਕਣ ਕਣ ਦੇ ਵਿੱਚ ਬਿਰਾਜਮਾਨ ਹੈ। ਪਰ ਉਸ ਨੂੰ ਲੱਭਣ ਦਾ, ਉਸ ਨੂੰ ਭਾਲਣ ਦਾ ਤਰੀਕਾ ਕੀ ਹੈ? ਭਗਤ ਕਬੀਰ ਜੀ ਫਰਮਾਨ ਕਰਦੇ ਨੇ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਦਿਲ ਦੇ ਵਿੱਚੋਂ ਖੋਜਣਾ ਹੈ, ਆਪਣੇ ਅੰਦਰੋਂ ਖੋਜਣਾ ਹੈ। ਅੰਤਰ ਵਾਸਤ ਮੂੜਾ ਬਾਹਰ ਭਾਲੇ। ਬਾਹਰੋਂ ਮਿਲਣ ਵਾਲੀ ਵਸਤੂ ਨਹੀਂ, ਭਾਵੇਂ ਉਹ ਪਰਿਪੂਰਨ ਹਰ ਥਾਂ ਤੇ ਹੈ, ਵਿਆਪਕ ਹੈ, ਪਰ ਉਹਨੂੰ ਮਿਲਣ ਦਾ, ਉਹਨੂੰ ਲੱਭਣ ਦਾ ਟਿਕਾਣਾ ਜਿਹੜਾ ਉਹ ਸਾਡਾ ਹਿਰਦਾ ਹੈ। ਜਿਵੇਂ ਪਾਣੀ ਤਾਂ ਸਾਰੇ ਬ੍ਰਹਿਮੰਡ ਦੇ ਅੰਦਰ ਹੈ, ਸਾਰੀ ਸ੍ਰਿਸ਼ਟੀ ਅੰਦਰ ਹੈ, ਹਵਾ ਵਿੱਚ ਵੀ ਪਾਣੀ ਹੈ, ਪਰ ਜਦੋਂ ਪਾਣੀ ਦੀ ਪਿਆਸ ਲੱਗਦੀ ਹੈ ਤਾਂ ਪਾਣੀ ਦੇ ਸਰੋਤ ਕੋਲੇ ਜਾਣਾ ਪੈਂਦਾ ਹੈ, ਪਾਣੀ ਕਿਸੇ ਟਿਕਾਣੇ ਤੋਂ ਮਿਲਦਾ ਹੈ। ਇਵੇਂ ਸਾਧ ਸੰਗਤ ਜਿਹੜਾ ਪਰਮੇਸ਼ਰ ਦਾ ਨੌ-ਨਿਧੀ ਨਾਮ ਹੈ ਉਹ ਸਾਡੀ ਦੇਹੀ ਦੇ ਅੰਦਰ ਹੀ ਹੈ। ਇਹ ਪ੍ਰਾਪਤੀ ਅਭਿਆਸ ਨਾਲ ਹੋਣੀ ਹੈ, ਸ਼ਬਦ ਨਾਲ ਹੋਣੀ ਹੈ। ਸੋ ਇਹ ਅਭਿਆਸ ਦਾ ਜਿਹੜਾ ਹੈ ਅੰਮ੍ਰਿਤ ਵੇਲਾ ਉੱਤਮ ਵੇਲਾ ਹੈ। ਸ੍ਰੇਸ਼ਟ ਸਮਾਂ ਹੈ ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ। ਸੱਚੇ ਨਾਮ ਨਾਲ ਜੁੜਨਾ, ਵਡਿਆਈ ਦੀਆਂ ਵਿਚਾਰਾਂ ਕਰਨੀਆਂ। ਇਸ ਪ੍ਰਕਾਰ ਗੁਰੂ ਦੇ ਸ਼ਬਦ ਦਾ ਜਿਹੜੇ ਧਿਆਨ ਧਰਦੇ ਨੇ, ਸਤਿਗੁਰੂ ਦੀ ਉਹਨਾਂ ਤੇ ਰਹਿਮਤ ਵਰਤਦੀ ਹੈ। ਗੁਰੂ ਨੂੰ ਉਹ ਸਿੱਖ ਜਿਹੜੇ ਨੇ ਪਿਆਰੇ ਲੱਗਦੇ ਨੇ। ਇਸ ਲਈ ਧੰਨ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਹਰ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ। ਅੰਮ੍ਰਿਤ ਵੇਲਾ ਜਿਹੜਾ ਹੈ ਉਹ ਬੀਜ ਬੀਜਣ ਦਾ, ਨਾਮ ਪਾਉਣ ਦਾ ਇੱਕ ਉੱਤਮ ਸਮਾਂ ਹੈ। ਬਹੁਤ ਮਹਿਮਾ ਬਾਣੀ ਦੇ ਅੰਦਰ ਅੰਮ੍ਰਿਤ ਵੇਲੇ ਦੀ ਆਉਂਦੀ ਹੈ। ਬਹੁਤ ਸ਼ਬਦਾਂ ਦੇ ਅੰਦਰ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ। ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਜਾ ਕਾ ਵਾਸਾ ਗੌਰ ਮੈਂ, ਸੋ ਕਿਉਂ ਸੋਵੈ ਸੁੱਖ। ਕਹਿੰਦੇ ਸੁੱਤਾ ਕੀ ਕਰ ਰਹੇ, ਜਾਗ। ਤੇ ਜਿਹੜੇ ਪਾਪ ਕੀਤੇ ਨੇ ਨਾ ਜ਼ਿੰਦਗੀ ਵਿੱਚ, ਕੋਈ ਕਰਮ ਕਮਾਏ ਨੇ, ਉਹਨਾਂ ਦਾ ਅੰਦਰ ਧਿਆਨ ਧਰ। ਅੰਦਰ ਸਾਰਾ ਜਿਹੜਾ ਹੈ ਵਿਕਾਰਾਂ ਨਾਲ ਭਰਿਆ ਪਿਆ ਹੈ। ਤੇ ਜਿਸ ਦਾ ਨਿਵਾਸ ਕਬਰ ਦੇ ਵਿੱਚ ਹੋਵੇ ਉਹ ਕਵੇ ਮੈਂ ਸੁੱਖ ਦੀ ਨੀਂਦ ਸੁੱਤਾ, ਇਹ ਤਾਂ ਭੁਲੇਖਾ ਹੈ। ਕਬੀਰ ਸੂਤਾ ਕਿਆ ਕਰੇ। ਅਗਲੇ ਸ਼ਲੋਕ ਵਿੱਚ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋੜ ਪਸਾਰ। ਇੱਕ ਦਿਨ ਐਸਾ ਸਮਾਂ ਆਉਣਾ ਸਰੀਰ ਚੋਂ ਪ੍ਰਾਣ ਨਿਕਲ ਜਾਣਗੇ। ਲੰਮੇ ਗੋਡੇ ਕਰਕੇ ਪਿਆਰ ਵੀ ਭਾਈ ਕਿਸੇ ਨੇ ਠਾਉਣਾ ਨਹੀਂ। ਜਿਵੇਂ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਇੱਟ ਸਰਾਣੇ ਪੋਏ ਸਵਣ, ਕੀੜਾ ਲੜਿਓ ਮਾਸ। ਧਿਆਨ ਕਰ, ਇੱਕ ਦਿਨ ਐਸਾ ਆਉਣਾ ਹੈ ਸਿਰ ਥੱਲੇ ਇੱਟ ਹੋਵੇਗੀ, ਕਬਰ ਵਿੱਚ ਪਿਆ ਹੋਵੇਗਾ। ਆ ਜਿਹੜਾ ਤੇਰਾ ਸੋਹਣਾ ਸਰੀਰ ਹੈ ਇਹਦੇ ਵਿੱਚ ਕਿਰਮ ਚੱਲ ਜਾਣਗੇ। ਕੇਤੜਿਆਂ ਜੁਗ ਵਾਪਰੇ ਇੱਕ ਦਪਿਆਂ ਪਾਸ। ਕਹਿੰਦੇ ਐਵੇਂ ਪਿਆਰ ਰਹੇਗਾ, ਕਿਸੇ ਨੇ ਠਾਉਣਾ ਨਹੀਂ। ਜੇ ਤੇਰੇ ਮਨ ਅੰਦਰ ਅੰਮ੍ਰਿਤ ਵੇਲੇ ਉੱਠਣ ਦੀ ਆਲਸ ਹੈ ਨਾ, ਤੇ ਕਹਿੰਦੇ ਇਸ ਆਲਸ ਨੂੰ ਤਿਆਗ, ਸਿਮਰਨ ਕਰ, ਜਾਗ, ਬੰਦਗੀ ਕਰ। ਕੀ ਕਰਨਾ ਹੈ? ਫਿਰ ਅਗਲੇ ਸ਼ਲੋਕ ਵਿੱਚ ਕਹਿੰਦੇ, ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ। ਚੌਂਕੜਾ ਮਾਰ ਤੇ ਜਾਗ, ਜਾਗ ਕੇ ਸੰਗ ਤੇ ਵਿਛੁਰਾ, ਤਾਹੀ ਕੇ ਸੰਗ ਲਾਗ। ਜਨਮ ਸਮੇਂ ਜਦੋਂ ਮਾਇਆ ਦਾ ਪ੍ਰਭਾਵ ਪੈ ਗਿਆ ਨਾ, ਜਾਂ ਤੇ ਸੁਭਾਣਾ ਦਾ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਤਾ ਦੇ ਉਦਰ ਵਿੱਚ ਤਾਂ ਸਿਮਰਨ ਕਰ ਰਹੇ ਸੀ, ਜਨਮ ਲੈਣ ਸਮੇਂ ਲਿਵ ਟੁੱਟੀ ਹੈ। ਉਸ ਸਮੇਂ ਤੋਂ ਤੂੰ ਵਿਛੜ ਗਿਆ ਹੈ, ਦੁਨੀਆ ਦੇ ਮੋਹ ਵਿੱਚ ਪੈ ਗਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸੰਝ ਕੀਆ ਕਰਵਾਸ, ਅੱਠਵੇਂ ਕ੍ਰੋਧ ਹੁਆ ਤਾਂ ਨਾਸ, ਨਾਵੇਂ ਧੌਲੇ ਉਭੇ ਸਾਹ, ਦਸਵਾਂ ਦੱਦਾ ਹੁਆ ਸੁਆ, ਗਏ ਸੇ ਗੀਤ ਪੁਕਾਰੀ ਤਾ, ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੁੱਬਾ ਸੰਸਾਰ। ਸੁਰਤ ਟੁੱਟ ਗਈ ਹੈ, ਰੱਬ ਦੂਰ ਨਹੀਂ ਹੈ। ਤੇ ਬੈਠੇਗਾ, ਜਾਗੇਗਾ, ਧਿਆਨ ਧਰੇਗਾ ਤੇ ਸੁਰਤ ਗੁਰੂ ਜੀ ਕਿਰਪਾ ਕਰਕੇ ਫਿਰ ਉੱਥੇ ਜੋੜ ਦੇਣਗੇ। ਇਸ ਲਈ ਸਤਿਗੁਰੂ ਜੀ ਕਹਿੰਦੇ, ਉਹ ਸਿੱਖ ਮੈਨੂੰ ਪਿਆਰੇ ਨੇ ਜਿਹੜੇ ਪਹਿਰ ਰਾਤ ਰਹਿੰਦੀ ਜਾਗ ਕੇ ਭਜਨ ਬੰਦਗੀ ਤੇ ਸਿਮਰਨ ਕਰਦੇ ਹਨ।
ਧਰਮ ਕਿਰਤ ਕਰ ਸੰਤਨ ਸੇਵੈ। ਅਗਲਾ ਕਰਮ ਜਿਹੜਾ ਹੈ, ਨਾਮ ਜਪਣ ਤੋਂ ਬਾਅਦ ਦੂਜਾ ਕਰਮ ਕੀ ਹੈ? ਧਰਮ ਦੀ ਕਿਰਤ ਕਰਨੀ, ਤੇ ਕਿਰਤ ਕਰਕੇ ਕੀ ਹੈ? ਸੰਤਨ ਸੇਵੈ, ਵੰਡ ਕੇ ਛਕਣਾ। ਕੱਲੀ ਕਿਰਤ ਨਹੀਂ ਕਰਨੀ, ਇਹਨੂੰ ਵੰਡ ਕੇ ਵੀ ਛਕਣਾ ਹੈ, ਕਿਉਂਕਿ ਸਾਧ ਸੰਗਤ ਕਿਰਤ ਕਰਨੀ ਹੈ ਸੱਚੀ ਸੁੱਚੀ। ਕਿਉਂ ਕਰਨੀ ਹੈ? ਕਿ ਗੁਰੂ ਨੂੰ ਸੱਚੀ ਤੇ ਸੁੱਚੀ ਕਿਰਤ ਪ੍ਰਵਾਨ ਹੈ, ਗੁਰੂ ਨੂੰ ਭਾਈ ਲਾਲੋ ਪ੍ਰਵਾਨ ਹੈ। ਕਬੀਰ ਜੀ ਕਹਿੰਦੇ, ਕਬੀਰ ਸਾਧੂ ਕੀ ਸੰਗਤ ਰਹੋ, ਜਿਉਂ ਕੀ ਭੂਸੀ ਖਾਹੋ, ਹੋਣਹਾਰ ਸੋ ਹੋਏ ਹੈ ਸਾਖਤ ਸੰਗ ਨਾ ਜਾਹੋ। ਗੁਰੂ ਦੀ ਸੰਗਤ ਵਿੱਚ, ਸਾਧੂ ਦੀ ਸੰਗਤ ਵਿੱਚ ਜੁੜਿਆ ਰਹਿ, ਭਾਵੇਂ ਤੈਨੂੰ ਜੌਆਂ ਦੀ ਰੋਟੀ ਖਾ ਕੇ ਗਰੀਬੀ ਵਿੱਚ ਗੁਜ਼ਾਰਾ ਕਰਨਾ ਪਵੇ, ਜੋ ਮਰਜ਼ੀ ਹੋ ਜਾਵੇ, ਕਦੇ ਪਾਪੀਆਂ ਦੀ, ਸਾਖਤਾਂ ਦੀ, ਵਿਕਾਰੀਆਂ ਦੀ, ਤ੍ਰਿਸ਼ਨਾਲੂਆਂ ਦੀ ਸੰਗਤ ਵਿੱਚ ਨਾ ਪੈ ਜਾਵੀਂ। ਤ੍ਰਿਸ਼ਨਾ ਦੇ ਅਧੀਨ ਪਾਪ ਨਾ ਇਕੱਠੇ ਕਰ ਲਵੀਂ। ਇਸ ਕਰਕੇ ਕਿਰਤ ਧਰਮ ਦੀ ਕਰਨੀ ਹੈ, ਉਹ ਕਿਰਤ ਪ੍ਰਵਾਨ ਨਹੀਂ ਹੈ ਇੱਥੇ। ਇੱਥੇ ਧਰਮ ਦੀ ਕਿਰਤ ਪ੍ਰਵਾਨ ਹੈ। ਇਸ ਲਈ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵੀ ਪ੍ਰਵਾਨ ਹੈ, ਤੇ ਮਲਕ ਭਾਗੋ ਦੇ ਸ਼ਾਹੀ ਪਕਵਾਨ ਕਿਉਂ ਨਹੀਂ ਪ੍ਰਵਾਨ? ਕਿਉਂਕਿ ਪਾਪ ਦੀ ਕਮਾਈ ਹੈ, ਗੁਰੂ ਨੂੰ ਚੰਗੇ ਨਹੀਂ ਲੱਗਦੇ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਸ ਲਈ ਧਰਮ ਦੀ ਕਿਰਤ ਕਰਨੀ ਹੈ, ਸੱਚੀ ਸੁੱਚੀ ਕਿਰਤ ਕਰਨੀ ਹੈ, ਜਿਹਦੇ ਵਿੱਚ ਪਰਾਇਆ ਹੱਕ ਨਾ ਹੋਵੇ। ਤੇ ਫਿਰ ਉਹ ਕਿਰਤ ਕੱਲੀ ਕਰਨੀ ਨਹੀਂ, ਵੰਡ ਕੇ ਵੀ ਛਕਣੀ ਹੈ, ਲੋੜਵੰਦ ਦੇ ਨਾਲ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਾਣਦੇ ਹੋਏ ਇਸ ਪ੍ਰਕਾਰ ਜਿਹੜੇ ਧਰਮ ਅਰਥ ਵੰਡ ਕੇ ਛਕਦੇ ਹਨ। ਪਰ ਤ੍ਰਿਆ ਪਰ ਧਨ ਕਬਹੁ ਨਾ ਲੇਵੈ। ਅਗਲੇ ਬਚਨ ਕਰਦੇ ਨੇ ਕਿ ਪਰਾਈ ਇਸਤਰੀ ਤੇ ਪਰਾਇਆ ਧਨ, ਇਹਨੂੰ ਕਦੀ ਵੀ ਅੰਗੀਕਾਰ ਨਾ ਕਰੇ। ਭਗਤ ਨਾਮਦੇਵ ਜੀ ਦੇ ਬਚਨ ਨੇ, ਪਰ ਧਨ ਪਰ ਦਾਰਾ ਪਰ ਹਰੀ, ਤਾਕੇ ਨਿਕਟ ਵਸੈ ਨਰ ਹਰੀ। ਭਾਈ ਗੁਰਦਾਸ ਜੀ ਕਹਿੰਦੇ, ਹਉ ਤਿਸ ਘੋਲ ਘੁਮਾਇਆ, ਪਰ ਦਰਬੈ ਕੋ ਹੱਥ ਨਾ ਲਾਵੇ। ਹਉ ਤਿਸ ਘੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਹਉ ਤਿਸ ਘੋਲ ਘੁਮਾਇਆ, ਪਰ ਨਾਰੀ ਕੇ ਨੇੜ ਨਾ ਜਾਵੇ। ਇਸ ਲਈ ਪਰਾਈ ਇਸਤਰੀ ਪਰਾਇਆ ਧਨ, ਇੱਥੇ ਖਿਆਲ ਰੱਖਣਾ, ਪਰਦਾਰਾ ਤੇ ਪਰ ਧਨ ਦੀ ਗੱਲ ਹੈ, ਨਿਜਦਾਰਾ ਤੇ ਨਿਜ ਧਨ ਦੀ ਗੱਲ ਨਹੀਂ ਹੈ। ਕਿਉਂਕਿ ਕਿਰਤ ਪ੍ਰਵਾਨ ਹੈ, ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪਹੁੰਚ, ਧਿਆਏਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਦਸਾਂ ਨੌਆਂ ਦੀ ਕਿਰਤ ਕਰਕੇ ਜ਼ਿੰਦਗੀ ਦੇ ਸੁੱਖ ਮੰਨਣੇ ਕੋਈ ਮਾੜੀ ਗੱਲ ਨਹੀਂ ਹੈ। ਨਿੱਜ ਪੈਸੇ ਦੀ ਗੱਲ ਨਹੀਂ ਕਹੀ, ਪਰਾਏ ਧਨ ਦੀ ਗੱਲ ਕਹੀ ਹੈ। ਜਿਸ ਕਿਰਤ ਦੇ ਵਿੱਚੋਂ ਪਰਾਇਆ ਧਨ ਪ੍ਰਪੰਚ ਕਰਕੇ ਕਿਸੇ ਨੂੰ ਧੋਖਾ ਦੇ ਕੇ ਪੈਸੇ ਲਿਆਉਣੇ, ਬਹੁਤ ਸੰਸਾਰ ਇਸ ਤਰ੍ਹਾਂ ਕਰਦੇ ਨੇ। ਅੱਜ ਧੋਖਾਧੜੀ ਬਹੁਤ ਚੱਲ ਰਹੀ ਹੈ, ਦੁਨੀਆ ਕਰਦੀ ਹੈ, ਪਰ ਕਰਦੀ ਕਿਹਦੇ ਵਾਸਤੇ? ਮੋਹ ਵਿੱਚ ਫਸ ਕੇ, ਮਮਤਾ ਵਿੱਚ, ਲੋਭ ਵਿੱਚ। ਤੇ ਕਬੀਰ ਜੀ ਕਹਿੰਦੇ, ਜਿੰਨੇ ਮਰਜ਼ੀ ਕਰ ਲੈ, ਲੇਖਾ ਤਾਂ ਜਿੰਦ ਨੂੰ ਦੇਣਾ ਪੈਣਾ ਹੈ। ਜਿਨ੍ਹਾਂ ਵਾਸਤੇ ਤੂੰ ਕਰ ਰਿਹਾ, ਬਹੁ ਪ੍ਰਪੰਚ ਕਰ, ਪਰ ਧਨ ਲਿਆਵੈ। ਤੇ ਘਰੇ ਲਿਆ ਕੇ ਕੀ ਕਰਦੇ ਨੇ? ਬਾਹਰੋਂ ਪ੍ਰਪੰਚ ਕੀਤਾ, ਠੱਗੀ ਮਾਰ ਲਈ, ਤੇ ਸੁੱਤਦਾਰਾ ਭਿਆਨ ਲੁਟਾਵੇ। ਘਰੇ ਇਸਤਰੀ ਨੂੰ, ਬੱਚਿਆਂ ਨੂੰ ਲਿਆ ਕੇ ਤਾਂ ਖੁੱਲ੍ਹਾ ਹੀ ਸਿੱਟ ਦਿੰਦੇ ਨੇ ਨਾ। ਕਦੇ ਇਸਤਰੀ ਕੋਲੋਂ ਹਿਸਾਬ ਕਿਤਾਬ ਮੰਗਿਆ, ਕਦੇ ਬੱਚਿਆਂ ਕੋਲੋਂ ਮੰਗਿਆ। ਮੋਹ ਵਿੱਚ ਆ ਕੇ ਪਰਾਇਆ ਧਨ ਠੱਗੀ ਮਾਰ ਕੇ ਲੈ ਜਾਂਦਾ, ਕਿਸੇ ਦੇ ਬੱਚਿਆਂ ਦਾ ਹੱਕ ਖੋਹ ਲਿਆਂਦਾ। ਤੇ ਕਹਿੰਦੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ। ਭੁੱਲ ਕੇ ਵੀ ਇਹ ਕਪਟ ਨਾ ਕਰੀ, ਚੇਤਾ ਰੱਖੀ। ਦੁਨੀਆ ਨੂੰ ਧੋਖਾ ਦਿੱਤਾ ਜਾ ਸਕਦਾ ਹੈ, ਪਰਮੇਸ਼ਰ ਨੂੰ ਨਹੀਂ। ਦੁਨੀਆ ਦੀ ਕੋਰਟ ਕਚਹਿਰੀ ਵਿੱਚ ਕੋਈ ਕੇਸ ਕਰੇਗਾ ਤਾਂ ਉਹਦੇ ਚੋਂ ਤੂੰ ਬਚ ਸਕਦਾ ਹੈ। ਬੜੇ ਤਰੀਕੇ ਨੇ ਦੁਨੀਆ ਨੂੰ ਧੋਖਾ ਦੇਣ ਦੇ। ਮਾਨਸਾਂ ਕਿਹੋਂ ਦਿਵਾਣੋ ਕੋਈ ਨਸ ਭੱਜ ਨਿਕਲੈ, ਹਰ ਕਿਹੋਂ ਦਿਵਾਣੋ ਕੋਈ ਕਿੱਥੇ ਜਾਇਆ। ਤੇ ਮਾਲਕ ਦੀ ਦਰਗਾਹ ਵਿੱਚੋਂ ਤਾਂ ਭੱਜਿਆ ਨਹੀਂ ਜਾਣਾ, ਉੱਥੇ ਤਾਂ ਮਨਾਉਣ ਵਾਲੇ ਵੀ ਉੱਪਰ ਖੜੇ ਹਨ। ਕਹੇ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਕਬੀਰ ਜੋ ਜੋ ਪਾਪ ਕੀਏ ਰਾਖੈ ਤਲੈ ਦੁਰਾਏ, ਪ੍ਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਏ। ਕਬੀਰ ਜੀ ਜੋ ਮਾਰੇ ਜੋਰ ਕਰ ਕਹਿਤਾ ਨਾਉ ਹਲਾਲ, ਦਫਤਰ ਦਈ ਜਬ ਕਾੜ ਹੈ ਤਬ ਹੋਏਗੋ ਕੌਣ ਹਵਾਲ। ਉੱਥੇ ਤਾਂ ਕਿਸੇ ਨੇ ਬਾਂਹ ਨਹੀਂ ਨਾ ਫੜਨੀ। ਤੇ ਸਤਿਗੁਰੂ ਕਹਿੰਦੇ, ਯਾਦ ਰੱਖ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਤੇਰੀ ਜਿੰਦ ਤੋਂ ਲੇਖਾ ਲਿਆ ਜਾਣਾ ਹੈ। ਉੱਥੇ ਪਰਿਵਾਰਕ ਮੈਂਬਰ ਨਾਲ ਨਹੀਂ ਹੋਣਗੇ, ਦੁਨੀਆ ਨਾਲ ਨਹੀਂ ਹੋਵੇਗੀ, ਸੰਸਾਰ ਨਾਲ ਨਹੀਂ ਹੋਵੇਗਾ। ਉੱਥੇ ਤੇਰੀ ਅਕਲ ਕੰਮ ਨਹੀਂ ਕਰੇਗੀ, ਵਿੱਦਿਆ ਕੰਮ ਨਹੀਂ ਕਰੇਗੀ, ਯਾਰ ਮਿੱਤਰ ਨਾਲ ਨਹੀਂ ਹੋਣਗੇ। ਜਿਨ੍ਹਾਂ ਵਾਸਤੇ ਪਾਪ ਕਮਾਏ ਉਹਨਾਂ ਨੇ ਨਾਲ ਨਹੀਂ ਜਾਣਾ ਉੱਥੇ।
ਉੱਥੇ ਲੇਖਾ ਤੇਰੀ ਜਿੰਦ ਨੂੰ ਦੇਣਾ ਪੈਣਾ ਹੈ। ਇਸੇ ਲਈ ਕਬੀਰ ਜੀ ਕਹਿੰਦੇ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫੜ ਆਪਣੇ ਹਾਥ। ਗੁਰੂ ਨਾਲ ਜੁੜਨ ਦਾ ਤੇ ਭਜਨ ਸਿਮਰਨ ਕਰਨ ਦਾ ਇਹੀ ਲਾਭ ਹੈ। ਸਤਿਗੁਰੂ ਜੀ ਸਾਡੀ ਬੁੱਧੀ ਦੇ ਵਿੱਚ ਗਿਆਨ ਦਾ ਦੀਵਾ ਬਾਲ ਦਿੰਦੇ ਨੇ। ਸਤਿਗੁਰੂ ਦੀ ਕਿਰਪਾ ਦੇ ਨਾਲ ਸਿੱਖ ਜਿਹੜਾ ਹੈ ਪਾਪ ਕਰਮਾਂ ਤੋਂ ਬਚ ਜਾਂਦਾ ਹੈ। ਗੁਰੂ ਦੀ ਕਿਰਪਾ ਵਰਤ ਜਾਂਦੀ ਹੈ, ਸਮਝ ਪੈ ਜਾਂਦੀ ਹੈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ। ਇਹਨਾਂ ਨਾਲ ਨਹੀਂ ਜਾਣਾ, ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਏ। ਇਹ ਕੰਮ ਭੁੱਲ ਕੇ ਵੀ ਨਾ ਕਰੀ ਜਿਹੜਾ ਤੈਨੂੰ ਪਛਤਾਉਣਾ ਪਵੇ। ਇਸ ਲਈ ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਛਿਣ ਛਿਣ ਤਨ ਛੀਜੈ, ਜਰਾ ਜਨ ਆਵੈ। ਛਿਣ ਛਿਣ ਕਰਕੇ ਉਮਰ ਬਤੀਤ ਹੁੰਦੀ ਹੈ, ਸਰੀਰ ਕਮਜ਼ੋਰ ਹੋ ਜਾਂਦਾ ਹੈ, ਬੁਢਾਪਾ ਆ ਜਾਂਦਾ ਹੈ। ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਜਿਨ੍ਹਾਂ ਵਾਸਤੇ ਠੱਗੀਆਂ ਮਾਰਦਾ ਰਿਹਾ, ਦੁਨੀਆ ਨਾਲ ਛਲ ਕਪਟ ਕਰਦਾ ਰਿਹਾ, ਧੋਖੇ ਕਰਦਾ ਰਿਹਾ, ਉਹੀ ਚੁੱਕ ਕੇ ਬਿਰਧ ਆਸ਼ਰਮ ਛੱਡ ਆਉਂਦੇ ਨੇ, ਓਕ ਵਿੱਚ ਪਾਣੀ ਵੀ ਨਹੀਂ ਪਾਉਂਦੇ। ਇਹ ਦੁਨੀਆ ਵਿੱਚ ਵਾਪਰਦਾ ਆਪਾਂ ਅੱਖਾਂ ਨਾਲ ਵੇਖਦੇ ਹਾਂ। ਇਸ ਲਈ ਕਦੀ ਵੀ ਪ੍ਰਪੰਚ ਨਹੀਂ ਕਰਨਾ ਚਾਹੀਦਾ, ਕਦੀ ਵੀ ਧੋਖਾ ਨਹੀਂ ਕਰਨਾ ਚਾਹੀਦਾ। ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ, ਸਤਿਗੁਰੂ ਸੱਚਾ ਤੇ ਸੁੱਚਾ ਜੀਵਨ ਬਖਸ਼ਿਸ਼ ਕਰਨਾ। ਪਰਾਏ ਧਨ ਤੋਂ, ਪਰਾਏ ਤਨ ਤੋਂ ਸਦਾ ਗੁਰੇਜ਼ ਕਰਨਾ ਚਾਹੀਦਾ ਹੈ। ਮਨੁੱਖ ਪਰਾਇਆ ਤਨ ਭੋਗਦਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਦੇ ਕਿਵਾੜ ਅਣਖ ਪੜਦੇ ਮੈਂ। ਕਿਵਾੜ ਦਾ ਅਰਥ ਹੁੰਦਾ ਦਰਵਾਜ਼ੇ ਬੰਦ ਕਰਕੇ। ਅਣਖ ਪੜਦਿਆਂ ਦੇ ਅੰਦਰ ਪਰ ਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਟਾਕੈ। ਇਹ ਦਰਗਾਹ ਦੇ ਅੰਦਰ ਪਾਪ ਜਿਹੜੇ ਨੇ ਉਗੜ ਜਾਣੇ ਨੇ, ਉੱਥੇ ਛੁਟਕਾਰਾ ਨਹੀਂ ਹੋਵੇਗਾ। ਉੱਥੇ ਜਮਾਂ ਦੀ ਮਾਰ ਪੈਂਦੀ ਹੈ, ਸਜ਼ਾ ਮਿਲਦੀ ਹੈ, ਭੋਗਣੀ ਪੈਂਦੀ ਹੈ। ਕੀਤੇ ਕਰਮ ਜਿਹੜੇ ਨੇ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਇਸੇ ਲਈ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਸੁਧ ਜਬ ਤੇ ਹਮ ਧਰੀ, ਬਚਨ ਗੁਰ ਦਇ ਹਮਾਰੇ, ਪੂਤ ਇਹ ਪ੍ਰਣ ਤੋਹੇ, ਪ੍ਰਾਣ ਜਬ ਲਗ ਘਟ ਥਾਰੇ। ਨਿਜ ਨਾਰੀ ਕੇ ਸੰਗ ਨੇਹੋ ਤੁਮ ਨਿਤ ਬੜਾਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ। ਇਸ ਲਈ ਪਰਾਇਆ ਤੇ ਤਨ ਤੇ ਪਰਾਇਆ ਧਨ ਸਤਿਗੁਰੂ ਅਮਰਦਾਸ ਜੀ ਕਹਿੰਦੇ ਜਿਹੜੇ ਤਿਆਗ ਦਿੰਦੇ ਹਨ। ਨਿੰਦਾ ਝੂਠ ਨਾ ਨਿਠੁਰ ਬਖਾਨੇ। ਨਿੰਦਾ ਝੂਠ ਤੇ ਕਠੋਰ ਬਚਨ ਜਿਹੜੇ ਨੇ ਉਹ ਕਦੇ ਨਾ ਬੋਲੇ, ਕਿਉਂਕਿ ਬਾਣੀ ਦੇ ਬਚਨ ਨਿੰਦਾ ਭਲੀ ਕਿਸੇ ਕੀ ਨਾਹੀ। ਮਨ ਮੁਖ ਮੁਗਧ ਕਰਨ, ਮੋਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ। ਮਨ ਮੁਖ ਅੰਧੇ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜੂਰੀ ਭਾਰ ਪਹੁੰਚਾਵਣਿਆ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਪਰਾਈ ਨਿੰਦਾ ਕਰਨੀ ਜਿਹੜੀ ਹੈ ਨਾ, ਪਰਾਈ ਮੈਲ ਨੂੰ ਆਪਣੀ ਜੀਭ ਨਾਲ ਸਾਫ਼ ਕਰਨ ਦੇ ਤੁੱਲ ਹੈ। ਇਸ ਲਈ ਭੁੱਲ ਕੇ ਵੀ ਪਰਾਈ ਨਿੰਦਾ ਨਹੀਂ ਕਰਨੀ, ਝੂਠ ਨਹੀਂ ਬੋਲਣਾ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੈ ਬਾਟ ਮੁਰੀਦਾ ਜੋਲੀਏ। ਸੁਖਮਨੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਮਿਥਿਆ ਨਾ ਹੀ ਰਸਨਾ ਪਰਸ। ਮਿਥਿਆ ਕਹਿੰਦੇ ਨੇ ਝੂਠ ਨੂੰ। ਝੂਠ ਜਿਹੜਾ ਹੈ ਆਪਣੀ ਜ਼ੁਬਾਨ ਦੇ ਨੇੜੇ ਨਾ ਆਉਣ ਦੇਵੇ, ਕਿਉਂਕਿ ਪ੍ਰਭ ਜੀ ਬਸੈ ਸਾਧ ਕੀ ਰਸਨਾ। ਜੇ ਆਪਣੀ ਜ਼ੁਬਾਨ ਦੇ ਉੱਪਰ ਬਾਣੀ ਦਾ ਨਿਵਾਸ ਕਰਨਾ ਹੈ, ਗੁਰੂ ਦਾ ਨਿਵਾਸ ਕਰਨਾ ਹੈ ਨਾ, ਫਿਰ ਜ਼ੁਬਾਨ ਨਾਲ ਝੂਠ ਬੋਲਣਾ ਜਿਹੜਾ ਉਹ ਤਿਆਗ ਦੇਵੇ। ਸਤਿਗੁਰੂ ਕਹਿੰਦੇ, ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਪਰ ਤਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਕਰਨ ਨਾ ਸੁਣੈ ਕਾਹੂ ਕੇ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ। ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ। ਸੋ ਇਹ ਧਰਮ ਦਾ ਮਾਰਗ ਹੈ, ਸੁਰਤ ਸ਼ਬਦ ਦਾ ਮਾਰਗ ਹੈ। ਇਸ ਪ੍ਰਕਾਰ ਤੀਜੀ ਗੱਲ ਕਿਹਾ, ਨਿਠੁਰ ਕਠੋਰ ਬਚਨ ਆਪਣੀ ਜ਼ੁਬਾਨ ਨਾਲ ਨਹੀਂ ਬੋਲਣੇ। ਸਿੱਖ ਦਾ ਕਰਮ ਨਹੀਂ ਹੈ। ਸਿੱਖ ਨੇ ਮਿੱਠੇ ਬੋਲ ਬੋਲਣੇ ਨੇ। ਮਿੱਠੇ ਬੋਲਾਂ ਨਾਲ ਪ੍ਰੀਤ ਵੱਧਦੀ ਹੈ। ਗੰਢ ਪ੍ਰੀਤੀ ਮਿੱਠੇ ਬੋਲ, ਸਿਫਤੀ ਗੰਢ ਪਵੈ ਦਰਬਾਰ। ਤੇ ਬੁਰਾ ਬੋਲਣ ਦੇ ਨਾਲ ਪ੍ਰੀਤ ਟੁੱਟਦੀ ਹੈ। ਟੂਟ ਪ੍ਰੀਤ ਗਈ ਬੁਰ ਬੋਲ।
ਨਾਨਕ ਫਿੱਕੈ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਧੀਐ ਫਿੱਕੈ ਫਿੱਕੀ ਸੋਏ। ਫਿੱਕਾ ਦਰਗਹਿ ਸੱਟੀਐ ਮੂੰਹ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ। ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ। ਫਿੱਕੇ ਬੋਲ ਨਹੀਂ ਬੋਲਣੇ, ਕਦੀ ਕਿਸੇ ਦੀ ਹੱਤਕ ਨਹੀਂ ਕਰਨੀ, ਕਿਸੇ ਦਾ ਦਿਲ ਨਹੀਂ ਦਿਖਾਉਣਾ। ਭਗਤ ਦਾ ਮਾਰਗ ਕੀ ਹੈ? ਬਾਬਾ ਫਰੀਦ ਜੀ ਕਹਿੰਦੇ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੋਂਦੇ ਆਪ ਵੰਡਾਏ। ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਾ ਲਾਏ। ਸਭਨਾ ਮੈਂ ਸੱਚਾ ਧਨੀ ਹਿਆਓ ਨਾ ਕਹਿ ਠਾਹੇ। ਮਾਣਕ ਸਭ ਅਮੋਲ ਮੇ। ਕਹਿੰਦੇ ਕਦੀ ਕਿਸੇ ਦਾ ਦਿਲ ਨਾ ਤੋੜ, ਸਾਰੇ ਅਮੋਲਕ ਮੋਤੀ ਨੇ। ਪਰਮੇਸ਼ਰ ਹਰੇਕ ਦੇ ਦਿਲ ਵਿੱਚ ਬੈਠਾ ਹੈ। ਕਦੀ ਕੌੜੇ ਬੋਲ ਨਾ ਬੋਲ, ਕੌੜੇ ਬਚਨ ਨਾ ਬੋਲ। ਇਸ ਲਈ ਗੁਰਸਿੱਖ ਦਾ ਕਰਮ ਕਠੋਰ ਬਚਨ ਬੋਲਣੇ ਨਹੀਂ ਹੈ। ਪਰ ਦੁੱਖ ਦੁੱਖ, ਪਰ ਸੁਖ ਸੁਖ ਮਾਨੈ। ਪਰਾਏ ਦੁੱਖ ਨੂੰ ਆਪਣਾ ਦੁੱਖ ਕਰਕੇ ਜਾਣੇ ਤੇ ਪਰਾਏ ਸੁੱਖ ਨੂੰ ਆਪਣਾ ਸੁੱਖ ਕਰਕੇ ਜਾਣੇ। ਸੰਸਾਰੀ ਬਿਰਤੀ ਕੀ ਹੈ? ਪਰਾਇਆ ਦੁੱਖ ਵੇਖ ਕੇ ਅਸੀਂ ਕਈ ਵਾਰ ਸ਼ਰੀਕ ਤੇ ਦੁੱਖ ਆਉਂਦਾ ਹੈ ਨਾ, ਬੜੇ ਖੁਸ਼ ਹੁੰਨੇ ਆ, ਤੇ ਜਦੋਂ ਪਰਾਇਆਂ ਦੇ ਉੱਪਰ ਸੁੱਖ ਆਉਂਦਾ ਤੇ ਅਸੀਂ ਦੁਖੀ ਹੁੰਨੇ ਆ। ਬਹੁਤ ਸਾਰੀ ਦੁਨੀਆ ਆਪਣੇ ਦੁੱਖਾਂ ਤੋਂ ਉਨੀ ਦੁਖੀ ਨਹੀਂ ਜਿੰਨੇ ਅਸੀਂ ਪਰਾਇਆ ਸੁੱਖ ਵੇਖ ਕੇ ਆਪ ਦੁਖੀ ਆ। ਇਹ ਸਿੱਖ ਦਾ ਕਰਮ ਨਹੀਂ ਹੈ ਕਿ ਕਿਸੇ ਦੇ ਘਰ ਵਿੱਚ ਧੀ ਪੁੱਤਰ ਹੋਇਆ ਹੈ, ਪੈਸਾ ਮਿਲ ਗਿਆ, ਉਹਨੂੰ ਉਹਦੀ ਕਿਸਮਤ ਹੈ, ਤੇ ਅਸੀਂ ਆਪ ਈਰਖਾ ਵਿੱਚ ਮਤਸਰ ਦੇ ਵਿੱਚ ਸੜੀ ਜਾ ਰਹੇ ਹਾਂ। ਤੇ ਸਤਿਗੁਰੂ ਜੀ ਕਹਿੰਦੇ ਨੇ ਜਿਸ ਤੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਜਿਹਦੇ ਅੰਦਰ ਪਰਾਈ ਤਾਤ ਹੈ ਉਹਦਾ ਕਦੀ ਭਲਾ ਨਹੀਂ ਹੋ ਸਕਦਾ। ਇਸ ਲਈ ਸਾਧ ਸੰਗਤ ਇਹ ਕਰਮ ਕਦੀ ਵੀ ਨਹੀਂ ਕਰਨਾ। ਐਰਿਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਇਹ ਧਰਮ ਦਾ ਮਾਰਗ ਹੈ। ਜਦੋਂ ਧਰੂ ਨੇ ਆਪਣੀ ਮਾਂ ਨੂੰ ਪੁੱਛਿਆ ਸੀ ਨਾ, ਧਰੂ ਬਾਹਰੋਂ ਖੇਡਦਾ ਹੋਇਆ ਆਉਂਦਾ ਹੈ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਪਿਤਾ ਉਤਾਨਪਾਦ ਨੇ ਪਿਆਰ ਦੇ ਨਾਲ ਗੋਦੀ ਵਿੱਚ ਬਿਠਾ ਲਿਆ, ਤੇ ਮਾਂ ਮਤਰੇਈ ਸੀ ਕੋਲੇ ਖੜੀ ਹੋਈ, ਉਹਨੇ ਬਰਦਾਸ਼ਤ ਨਹੀਂ ਕੀਤੀ ਇਹ ਗੱਲ। ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਤੇ ਵਿਚਾਰਾ ਬੱਚਾ ਸੀ ਛੋਟੀ ਉਮਰ ਦਾ, ਉਹਨੇ ਸੋਚਿਆ ਮੇਰਾ ਦੋਸ਼ ਕੋਈ ਨਹੀਂ, ਪਿਤਾ ਦੀ ਗੋਦੀ ਵਿੱਚ ਬੈਠਾ ਮਤਰੇਈ ਮਾਂ ਨੇ ਚੁੱਕ ਕੇ ਬਾਹਰ ਸੁੱਟ ਦਿੱਤਾ। ਰੋਂਦਾ ਹੋਇਆ ਆਪਣੀ ਅਸਲੀ ਮਾਂ ਕੋਲੇ ਜਾਂਦਾ ਹੈ। ਡੱਡੋ ਲਿੱਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ? ਕਹਿਣ ਲੱਗਾ ਕਿ ਤੂੰ ਸਵਾਣੀ ਹੈ, ਇਸ ਘਰ ਦੀ ਰਾਣੀ ਹੈ, ਕਿ ਤੂੰ ਇਸ ਘਰ ਵਿੱਚ ਗੋਲੀ ਹੈ? ਮੈਂ ਤੇਰਾ ਪੁੱਤਰ ਹਾਂ, ਪਿਤਾ ਦੀ ਗੋਦ ਵਿੱਚ ਬਹਿਣਾ ਨਹੀਂ ਮਿਲਦਾ। ਇਸ ਤਰ੍ਹਾਂ ਮਾਂ ਨੂੰ ਪ੍ਰਸ਼ਨ ਕੀਤਾ। ਡੱਡੋ ਲਿੱਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ? ਤੇ ਸਾਧ ਸੰਗਤ ਤੋਂ ਮਾਂ ਭਗਤੀ ਭਾਵਨਾ ਵਾਲੀ ਸੀ। ਉਹਨੇ ਕਿਹਾ ਬੇਟਾ ਨਹੀਂ ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਮੈਂ ਜਨਮ ਦੀ ਸਵਾਣੀ ਆ, ਰਾਜੇ ਦੇ ਘਰ ਵਿੱਚ ਜਨਮ ਹੋਇਆ ਸੀ, ਰਾਜੇ ਨਾਲ ਵਿਆਹੀ ਗਈ ਆ, ਪਰ ਇਹ ਮੇਰੀ ਜ਼ਿੰਦਗੀ ਦੀ ਖੇਡ ਹੈ। ਮੈਂ ਪੂਰਬਲੇ ਕਰਮਾਂ ਦੇ ਵਿੱਚ ਰੱਬ ਦੀ ਭਗਤੀ ਨਹੀਂ ਕੀਤੀ, ਚੰਗੇ ਕਰਮ ਨਹੀਂ ਕੀਤੇ, ਉਹਦੀ ਸਜ਼ਾ ਭੋਗ ਰਹੀ ਹੈ, ਇੱਥੇ ਇੱਜ਼ਤ ਨਹੀਂ ਮਿਲ ਰਹੀ। ਆਪਣੇ ਕਰਮਾਂ ਨੂੰ ਦੋਸ਼ ਦਿੱਤਾ ਹੈ, ਦੂਜੇ ਨੂੰ ਦੋਸ਼ ਨਹੀਂ ਦਿੱਤਾ। ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਹਿੰਦੀ ਕੋਈ ਭਗਤੀ ਨਹੀਂ ਕੀਤੀ, ਚੰਗਾ ਕਰਮ ਦ੍ਰਿੜ ਨਹੀਂ ਕੀਤਾ। ਤੇ ਫਿਰ ਬੱਚਾ ਪੁੱਛਦਾ, ਕਹਿੰਦਾ ਮਾਂ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਹੋਮਣ ਸਭ ਮੀਤਾ। ਕਿਸ ਉਦਮ ਦੇ ਨਾਲ ਰਾਜ ਮਿਲ ਸਕਦਾ ਹੈ? ਜਿਹੜੇ ਸਾਡੇ ਨਾਲ ਦੁਸ਼ਮਣੀ ਕਰਦੇ ਨੇ, ਮਿੱਤਰ ਬਣ ਜਾਣ, ਪਿਆਰ ਕਰਨ। ਤੇ ਮਾਂ ਨੇ ਪੁੱਠੀ ਮੱਤ ਨਹੀਂ ਦਿੱਤੀ, ਸਿੱਧੀ ਮੱਤ ਦਿੱਤੀ ਹੈ। ਸਿਆਣੀ ਸੀ, ਭਗਤੀ ਭਾਵਨਾ ਵਾਲੀ ਸੀ। ਕਹਿੰਦੀ ਬੇਟਾ ਪਰਮੇਸ਼ਰ ਆਰਾਧੀ ਹੈ, ਜਿੱਦੋਂ ਹੋਈਏ ਪਤਿਤ ਪੁਨੀਤਾ। ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਖੁਦਾ ਦੀ ਬੰਦਗੀ ਕਰਨੀ ਚਾਹੀਦੀ ਹੈ, ਜਿਸ ਦੇ ਨਾਲ ਜਿਹੜੇ ਮਾੜੇ ਕਰਮ ਨੇ ਉਹ ਕੱਟੇ ਜਾਂਦੇ ਨੇ, ਸ਼ੁਭ ਗਤੀ ਹੁੰਦੀ ਹੈ, ਚੰਗੇ ਕਰਮ ਬਣਦੇ ਨੇ। ਭਗਤੀ ਸਾਧ ਸੰਗਤ ਇੱਕੋ ਇੱਕ ਮਾਰਗ ਹੈ, ਸਿਮਰਨ ਹੀ ਇੱਕ ਮਾਰਗ ਹੈ ਆਪਣੇ ਕਰਮਾਂ ਨੂੰ ਤਬਦੀਲ ਕਰਨ ਦਾ, ਹੋਰ ਕੋਈ ਤਰੀਕਾ ਨਹੀਂ। ਹੋਰ ਤਾਂ ਜਿੰਨੇ ਵੀ ਨੇ ਨਾ, ਪੁੰਨ ਦਾਨ ਜਪ ਤਪ ਜੇਤੇ, ਇਹ ਸਭ ਨਾਮ ਤੋਂ ਥੱਲੇ ਨੇ। ਸਭ ਤੋਂ ਉੱਪਰ ਕੀ ਹੈ? ਪੁੰਨ ਦਾਨ ਜਪ ਤਪ ਜੇਤੇ, ਸਭ ਉੱਪਰ ਨਾਮ, ਨਾਮ ਉੱਪਰ ਹੈ। ਇਸ ਲਈ ਨਾਮ ਜਪਣਾ ਚਾਹੀਦਾ ਹੈ। ਨਾਮ ਸਾਨੂੰ ਖੁਦ ਨੂੰ ਜਪਣਾ ਪੈਣਾ ਹੈ। ਨਾਮ ਬਣਿਆ ਬਣਾਇਆ ਕਿਤੋਂ ਨਹੀਂ ਮਿਲਣਾ, ਮੁੱਲ ਮਿਲਣ ਵਾਲੀ ਚੀਜ਼ ਨਹੀਂ ਹੈ। ਨਾਮ ਆਪਣੀ ਰਸਨਾ ਨਾਲ ਆਪ ਹੀ ਜਪਣਾ ਹੈ। ਜਿਵੇਂ ਭੋਜਨ ਆਪ ਛਕਣਾ ਹੈ ਸਰੀਰ ਦੀ ਭਲਾਈ ਲਈ, ਇਵੇਂ ਨਾਮ ਜਪਣਾ ਹੈ ਆਤਮਾ ਦੇ ਭਲੇ ਲਈ।
ਇਸ ਲਈ ਸਿਮਰਨ ਸਾਨੂੰ ਆਪ ਨੂੰ ਕਰਨਾ ਚਾਹੀਦਾ ਹੈ। ਸ਼ੁਦਾ ਬਿਨਾ ਨਹਿ ਖੈਬੋ ਕਰੈ। ਅਗਲੇ ਬਚਨ ਸਤਿਗੁਰੂ ਜੀ ਨੇ ਕਿਹਾ, ਸ਼ੁਦਾ ਬਿਨਾ ਨਹਿ ਖੈਬੋ ਕਰੈ। ਭਾਵ ਜਿੰਨਾ ਚਿਰ ਪੂਰੀ ਤਰ੍ਹਾਂ ਭੁੱਖ ਨਾ ਲੱਗੇ ਉਨਾ ਸਮਾਂ ਭੋਜਨ ਨਹੀਂ ਛਕਣਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਕਈ ਵਾਰੀ ਆਪਾਂ ਭੋਜਨ ਛਕਿਆ ਹੁੰਦਾ ਤੇ ਕਿਸੇ ਦੀ ਖੁਸ਼ੀ ਵਾਸਤੇ ਖਾ ਲੈਂਦੇ ਆ। ਕਈ ਵਾਰ ਭੋਜਨ ਛਕਿਆ ਹੁੰਦਾ ਹੈ, ਉਸ ਤੋਂ ਵਧੀਆ ਕੋਈ ਪਦਾਰਥ ਮਿਲਦਾ ਏ ਤੇ ਮਨ ਦੀ ਖੁਸ਼ੀ ਵਾਸਤੇ ਖਾ ਲੈਂਦੇ ਆ, ਜੋ ਖੁਆਰੀ ਦਾ ਕਾਰਨ ਬਣਦਾ ਹੈ। ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਇਸ ਕਰਕੇ ਬਿਨਾਂ ਭੁੱਖ ਤੋਂ ਕਦੀ ਭੋਜਨ ਨਹੀਂ ਛਕਣਾ ਹੈ। ਨੀਂਦ ਬਿਨਾ ਨਹਿ ਸੁਪਤਨ ਪਰੈ। ਅਗਲੇ ਬਚਨ ਕਹੇ ਕਿ ਨੀਂਦ ਤੋਂ ਬਗੈਰ ਨਹੀਂ ਸੌਣਾ। ਜਿੰਨਾ ਸਮਾਂ ਨੀਂਦ ਜ਼ੋਰ ਨਹੀਂ ਪਾਉਂਦੀ, ਪੂਰੀ ਤਰ੍ਹਾਂ ਨੀਂਦ ਨਹੀਂ ਆਉਂਦੀ ਹੈ, ਇਸ ਪ੍ਰਕਾਰ ਆਲਸੀ ਨਹੀਂ ਬਣਨਾ। ਬਿਨਾਂ ਕਾਰਨ ਤੋਂ ਨੀਂਦ ਨਹੀਂ ਲੈਣੀ ਹੈ। ਜੇ ਸੁਪਤ ਹੈ ਨਿਜ ਅਵਦ ਘਟਾਵ ਹੈ। ਤੇ ਇਹਦੇ ਵਿੱਚ ਦੋਸ਼ ਕੀ ਹੈ? ਜਿਹੜੇ ਬਿਨਾਂ ਨੀਂਦ ਤੋਂ ਸੌਂਦੇ ਨੇ, ਸਤਿਗੁਰੂ ਕਹਿੰਦੇ ਆਲਸੀ ਹੋ ਜਾਂਦੇ ਨੇ, ਉਹਨਾਂ ਦੀ ਉਮਰ ਘਟਦੀ ਹੈ। ਕਿਉਂਕਿ ਸੁੱਤੇ ਪਿਆਂ ਜਿਹੜੇ ਨੇ ਸਵਾਸ ਇਹ ਵੱਧ ਵੇਸਟ ਹੁੰਦੇ ਨੇ, ਬਰਬਾਦ ਹੁੰਦੇ ਨੇ। ਸੌਂ ਕੇ ਅਸੀਂ ਸਮਾਂ ਬਹੁਤ ਬਤੀਤ ਕਰ ਲੈਂਦੇ ਹਾਂ। ਮਨ ਜਿਹੜਾ ਹੈ ਭਜਨ ਬੰਦਗੀ ਤੋਂ ਆਲਸੀ ਹੋ ਜਾਂਦਾ ਹੈ। ਸ਼ੁਦਾ ਬਿਨਾ ਖਾਏ ਰੋਗ ਉਪਜਾਵ ਹੈ। ਤੇ ਜਿਹੜੇ ਬਿਨਾਂ ਭੁੱਖ ਤੋਂ ਖਾਂਦੇ ਨੇ ਉਹ ਰੋਗਾਂ ਨੂੰ ਪੈਦਾ ਕਰਦੇ ਨੇ। ਉਸ ਕਾਰਨ ਉਹਨਾਂ ਦੇ ਸਰੀਰ ਵਿੱਚ ਕਈ ਪ੍ਰਕਾਰ ਦੇ ਰੋਗ ਪੈਦਾ ਹੋ ਜਾਂਦੇ ਹਨ। ਹੋਏ ਨਾ ਸਤਨਾਮ ਕੋ ਸਿਮਰਨ। ਇਸ ਪ੍ਰਕਾਰ ਫਿਰ ਸਤਨਾਮ ਦਾ ਸਿਮਰਨ ਕਰਨਾ ਜਿਹੜਾ ਹੈ ਉਹ ਕਠਿਨ ਹੋ ਜਾਂਦਾ ਹੈ। ਸਵਾਸ ਸਾਸ ਜਪ ਬਿਸਰ ਨਾ ਇਕ ਛਿਨ। ਇਸ ਲਈ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਇਸ ਪ੍ਰਕਾਰ ਪਰਮੇਸ਼ਰ ਨੂੰ ਵਿਸਾਰਨਾ ਨਹੀਂ ਚਾਹੀਦਾ ਹੈ। ਬਾਣੀ ਚੋਂ ਵਚਨ ਵੀ ਆਪਾਂ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਜੀ ਵੀ ਕਹਿੰਦੇ, ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤਿ ਪਾਏ। ਥੋੜਾ ਖਾਣ ਵਾਲੇ, ਥੋੜਾ ਸੌਣ ਵਾਲੇ ਤੇ ਥੋੜਾ ਬੋਲਣ ਵਾਲੇ ਹੀ ਗੁਰੂ ਦੀ ਮੱਤ ਪਾਉਂਦੇ ਨੇ। ਉਹਨਾਂ ਦਾ ਮਨ ਹੀ ਇਕਾਂਤਵਾਸ ਹੋ ਸਕਦਾ ਹੈ। ਉਹਨਾਂ ਦੇ ਮਨ ਅੰਦਰ ਹੀ ਸਤਿਗੁਰੂ ਦਾ ਸ਼ਬਦ ਰੁਕ ਸਕਦਾ ਹੈ। ਇਸ ਲਈ ਖਾਣਾ ਵੀ ਥੋੜਾ ਹੈ, ਸੌਣਾ ਵੀ ਥੋੜਾ ਹੈ ਤੇ ਬੋਲਣਾ ਵੀ ਥੋੜਾ ਹੈ। ਬਹੁਤਾ ਬੋਲਣ ਝੱਖਣ ਹੋਏ। ਬਹੁਤਾ ਬੋਲਣਾ ਜਿਹੜਾ ਹੈ ਉਹ ਸਿਰ ਖਪਾਈ ਹੈ। ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀਐ। ਬਾਬਾ ਬੋਲਣਾ ਕਿਆ ਕਹੀਏ, ਐਸੇ RAM ਨਾਮ ਰਵ ਰਹੀਐ। ਸੰਤਨ ਸਿਉ ਬੋਲੇ ਹਿਤਕਾਰੀ, ਮੂਰਖ ਸਿਉ ਬੋਲੇ ਝੱਖ ਮਾਰੀ। ਬੋਲਤ ਬੋਲਤ ਬੜੈ ਬਿਕਾਰਾ। ਬੋਲਦਿਆਂ ਬੋਲਦਿਆਂ ਝਗੜੇ ਖੜੇ ਹੋ ਜਾਂਦੇ ਨੇ। ਬੇਲੋੜੀ ਬਹਿਸ ਨਹੀਂ ਕਰਨੀ ਹੈ। ਇਸ ਲਈ ਬਹੁਤ ਘੱਟ ਬੋਲਣਾ ਹੈ। ਇਹਦੇ ਨਾਲ ਕੀ ਹੈ, ਐਨਰਜੀ ਅੰਦਰ ਇਕੱਠੀ ਹੋਵੇਗੀ, ਧਿਆਨ ਹਿਰਦੇ ਵਿੱਚ ਟਿਕ ਜਾਂਦਾ ਹੈ। ਪਰਮੇਸ਼ਰ ਕੋ ਭਾਣੋ ਮਨ ਹੈ। ਮਾਲਕ ਦੇ ਭਾਣੇ ਨੂੰ, ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨਣਾ ਹੈ। ਨਹੀਂ ਦੋਸ਼ ਪ੍ਰਭ ਮੈਂ ਕਬ ਠਨ ਹੈ। ਕਦੇ ਵੀ ਮਾਲਕ ਦੇ ਵਿੱਚ, ਪਰਮੇਸ਼ਰ ਵਿੱਚ ਦੋਸ਼ ਨਹੀਂ ਦੇਣੇ। ਕਿਉਂਕਿ ਜਿਹੜੇ ਦੁੱਖ ਤੇ ਸੁੱਖ ਨੇ ਇਹ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਨੇ। ਅਸੀਂ ਕਈ ਵਾਰ ਜਦੋਂ ਦੁੱਖ ਆਉਂਦਾ ਹੈ ਨਾ ਤੇ ਉਦੋਂ ਮਾਲਕ ਨੂੰ ਹੀ ਦੋਸ਼ ਦੇਣ ਲੱਗ ਜਾਂਦੇ ਆ, ਪਰਮਾਤਮਾ ਨੂੰ ਹੀ ਮਾੜਾ ਕਹਿਣ ਲੱਗ ਜਾਂਦੇ ਆ ਕਿ ਉਹਨੇ ਸਾਨੂੰ ਦੁੱਖ ਦੇ ਦਿੱਤਾ ਹੈ। ਸਤਿਗੁਰੂ ਕਹਿੰਦੇ, ਭਾਈ ਇਹ ਤਾਂ ਤੇਰੇ ਆਪਣੇ ਕਰਮ ਨੇ, ਜੋ ਤੂੰ ਬੀਜ ਬੀਜੇ ਨੇ ਉਹਦਾ ਫਲ ਖਾ ਰਿਹਾ ਹੈ। ਦੱਦੈ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾਂ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਭਗਤ ਤਰਲੋਚਨ ਜੀ ਦੇ ਬਚਨ ਨੇ, ਨਾਰਾਇਣ ਨਿੰਦਸ ਕਾਇ ਭੂਲੀ ਗਾਵਾਰੀ। ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਰੱਬ ਦੀ ਨਿੰਦਿਆ ਕਿਉਂ ਕਰਦੀ ਹੈ ਮੂਰਖ ਜਿੰਦੇ? ਦੁੱਖ ਤੇ ਸੁੱਖ ਤਾਂ ਤੇਰੇ ਕਰਮ ਹਨ। ਇਸ ਲਈ ਜ਼ਿੰਦਗੀ ਵਿੱਚ ਜਦੋਂ ਦੁੱਖ ਆਉਂਦਾ ਹੈ, ਪਰਮੇਸ਼ਰ ਨੂੰ ਦੋਸ਼ ਨਹੀਂ ਦੇਣਾ, ਸਦਾ ਆਪਣੇ ਵਿੱਚ ਹੀ ਦੋਸ਼ ਕੱਢਣਾ ਹੈ। ਇਸ ਪ੍ਰਕਾਰ ਭਾਣੇ ਨੂੰ ਸਤ ਕਰਕੇ ਮੰਨਣਾ ਹੈ। ਆਛੋ ਜਾਨ ਮੁਦਤ ਚਿਤਰ ਹੈ। ਤੋ ਪਰਮੇਸ਼ਰ ਦੀ ਕਰਨੀ ਨੂੰ ਆਪਣੇ ਪ੍ਰਤੀ ਚੰਗਾ ਜਾਣ ਕੇ ਭਾਣੇ ਵਿੱਚ ਪ੍ਰਸੰਨ ਰਹਿਣਾ ਹੈ। ਤਨ ਹੰਤਾ ਕੋ ਨੇਤਰ ਪ੍ਰਤਦ ਹੈ। ਤਨ ਹੰਤਾ ਜਿਹੜਾ ਸਰੀਰ ਦਾ ਹੰਕਾਰ ਹੈ, ਇਹਨੂੰ ਰੋਜ਼-ਰੋਜ਼ ਗੁਰੂ ਦੇ ਸ਼ਬਦ ਨਾਲ ਥੋੜਾ-ਥੋੜਾ ਕਰਕੇ ਸਾੜਦੇ ਰਹਿਣਾ ਹੈ। ਕਾਮ ਨਾ ਕ੍ਰੋਧ ਨਾ ਲੋਭ ਨਾ ਧਾਰੈ। ਕਾਮ, ਕ੍ਰੋਧ ਤੇ ਲੋਭ ਇਹਨਾਂ ਨੂੰ ਮਨ ਦੇ ਵਿੱਚ ਧਾਰਨ ਨਹੀਂ ਕਰਨਾ ਹੈ। ਇਹਨਾਂ ਵਾਸ਼ਨਾਵਾਂ ਤੋਂ ਬਚਣਾ ਹੈ, ਇਹਨਾਂ ਨੂੰ ਪਰੇ ਕਰਨਾ ਹੈ। ਸੋਚ ਹਮੇਸ਼ਾ ਆਪਣੀ ਉੱਚੀ ਤੇ ਸੁੱਚੀ ਬਣਾਉਣੀ ਹੈ। ਯਥਾ ਲਾਭ ਸੰਤੁਸ਼ਟ ਵਿਚਾਰੈ। ਇਸੇ ਪ੍ਰਕਾਰ ਆਪਣੇ ਅੰਦਰ ਲਾਭ ਤੇ ਹਾਨ ਵੀ ਵਿਚਾਰਦੇ ਰਹਿਣਾ ਹੈ। ਇਹ ਧਰਮ ਦਾ ਰਾਹ ਹੈ। ਸਾਧ ਸੰਗਤ ਵਿਚਾਰਨਾ ਚਾਹੀਦਾ ਹੈ। ਆਪਾਂ ਸਾਲ ਬਾਅਦ ਵਹੀ ਖਾਤੇ ਵੇਖਦੇ ਹਾਂ, ਇਹ ਵੀ ਦੇਖਦੇ ਹਾਂ ਪਿਛਲੇ ਸਾਲ ਨਾਲੋਂ ਬੈਲੈਂਸ ਕਿੰਨਾ ਹੋ ਗਿਆ,
ਕਿੰਨੀਆਂ ਕਿਸ਼ਤਾਂ ਲੈ ਗਈਆਂ, ਕਿੰਨੀਆਂ ਬਾਕੀ ਨੇ। ਆਏ ਸਾਲ ਬੱਚੇ ਸਾਡੇ ਇੱਕ ਕਲਾਸ ਕਰਕੇ ਅੱਗੇ ਵੱਧਦੇ ਜਾ ਰਹੇ ਨੇ। ਇਹ ਤਾਂ ਦੁਨਿਆਵੀ ਜੀਵਨ ਸਾਡਾ ਡਿਵੈਲਪ ਹੋ ਰਿਹਾ ਹੈ। ਤੇ ਕਦੇ ਰੂਹਾਨੀ ਜੀਵਨ ਵੱਲ ਵੀ ਵੇਖਿਆ ਹੈ ਵੀ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ। ਪੰਜ ਪਿਆਰੇ ਸਾਹਿਬਾਨ ਨੇ ਜਿਹੜੀ ਰਹਿਤ ਦ੍ਰਿੜ ਕਰਵਾਈ ਸੀ ਉਹ ਕਿੰਨੀ ਕੁ ਧਾਰਨ ਕਰ ਲਈ ਹੈ। ਜਿਹੜੀਆਂ ਕੁਰੈਤਾਂ ਨੇ ਉਹ ਕਿੰਨੀਆਂ ਕੁ ਨੇ ਜੀਵਨ ਦੇ ਵਿੱਚ ਬਹਿਣੀ ਉੱਠਣੀ ਕਿਸ ਤਰ੍ਹਾਂ ਦੀ ਹੈ। ਕਦੀ ਆਪਣੀ ਰਸਨਾ ਦੇ ਨਾਲ ਗੱਲ ਕੀਤੀ ਹੈ ਵੀ ਇਹਦੇ ਨਾਲ ਝੂਠ ਕਿੰਨਾ ਬੋਲਦੇ ਆ। ਕਦੀ ਕੰਨਾਂ ਨੂੰ ਉਪਦੇਸ਼ ਦਿੱਤਾ ਇਹਨਾਂ ਨਾਲ ਸੱਚ ਸੁਣਦੇ ਆ ਕਿ ਝੂਠ ਸੁਣ ਰਹੇ ਆ। ਅੱਖਾਂ ਨੂੰ ਉਪਦੇਸ਼ ਦੇਣ ਦਾ ਯਤਨ ਕਰੀਏ, ਇਹਨਾਂ ਨਾਲ ਕੀ ਦੇਖਦੇ ਆ। ਇਹ ਵੀ ਸ਼ਬਦ ਸੁਰਤ ਦੇ ਅਭਿਆਸ ਦਾ ਰਹਿਤ ਦਾ ਇੱਕ ਮਾਰਗ ਹੈ। ਇਹਨੂੰ ਵਿਚਾਰਨਾ ਹੈ ਕਿ ਕਿੰਨਾ ਕੁ ਲਾਭ ਪ੍ਰਾਪਤ ਹੋ ਗਿਆ ਹੈ। ਇਹ ਵੀ ਵੇਖਣਾ ਹੈ ਕਿ ਨਿਤਨੇਮ ਕਿੰਨਾ ਕੁ ਵਧਿਆ ਹੈ। ਪਿਛਲੇ ਸਾਲਾਂ ਵਿੱਚ ਕਿੰਨਾ ਕਰਦੇ ਸੀ, ਅੱਜ ਕਿੱਥੇ ਖੜੇ ਆ। ਆਉਣ ਵਾਲੇ ਸਮੇਂ ਵਿੱਚ ਇਹਨੂੰ ਕਿੰਨਾ ਕੁ ਅੱਗੇ ਵਧਾਉਣ ਦਾ ਯਤਨ ਕਰ ਰਹੇ ਹਾਂ। ਇਹ ਅਸਲ ਲਾਭ ਅਸਲ ਇਹੀ ਹੈ ਜਿਹੜਾ ਸਾਡੀ ਆਤਮਾ ਦੇ ਨਾਲ ਜਾਣਾ ਹੈ। ਇਹੀ ਹਰ ਧਨ ਹੈ, ਇਹੀ ਸੱਚਾ ਧਨ ਹੈ, ਇਹੀ ਨਾਮ ਧਨ ਹੈ, ਇਹੀ ਨਾਲ ਨਿਭਣ ਵਾਲਾ ਹੈ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਤੇ ਜਿਹੜਾ ਦੁਨੀਆ ਦਾ ਧਨ ਹੈ ਤੇ ਇੱਥੇ ਪਿਆ ਰਹਿ ਜਾਣਾ ਹੈ। ਜੇਬ ਵਾਲੇ ਪੈਸੇ ਜੇਬ ਵਿੱਚ ਰਹਿ ਜਾਣੇ ਨੇ, ਬੈਂਕਾਂ ਵਾਲੇ ਬੈਂਕ ਵਿੱਚ ਰਹਿ ਜਾਣੇ ਨੇ। ਜਿਹੜੀ ਮਾਇਆ ਨੂੰ ਅਸੀਂ ਸਾਰੀ ਜ਼ਿੰਦਗੀ ਰੋਂਦੇ ਰਹਿੰਦੇ ਹਾਂ, ਇਸ ਮਾਇਆ ਨੇ ਸਾਡੇ ਮਰਨ ਤੇ ਰੋਣਾ ਨਹੀਂ। ਕਬੀਰ ਜੀ ਦੇ ਵਚਨ ਨੇ, ਖਸਮ ਮਰੈ ਤੋ ਨਾਰ ਨਾ ਰੋਵੈ, ਹੁਣ ਰਖਵਾਰਾ ਔਰ ਹੋਵੈ। ਇਸ ਮਾਇਆ ਦੇ ਤਾਂ ਹੋਰ ਖਸਮ ਬਣ ਜਾਣੇ ਨੇ, ਬੜੇ ਪਿੱਛੇ ਖੜੇ ਨੇ। ਇਸ ਲਈ ਅਸੀਂ ਸਾਰੀ ਜ਼ਿੰਦਗੀ ਜਿਸ ਮਾਇਆ ਦੇ ਵਾਸਤੇ ਹੀ ਜੀਵਨ ਬਰਬਾਦ ਕਰੀ ਜਾ ਰਹੇ ਹਾਂ। ਸਤਿਗੁਰੂ ਜੀ ਕਹਿੰਦੇ ਆਪਣੇ ਅੰਦਰ ਲਾਭ ਤੇ ਹਾਨ ਵਿਚਾਰਨਾ ਹੈ ਕਿ ਵਿਕਾਰਾਂ ਤੋਂ ਕਿੰਨੀ ਕੁ ਖਲਾਸੀ ਹੋ ਗਈ ਹੈ, ਬੰਦਗੀ ਕਿੰਨੀ ਕੁ ਵੱਧ ਗਈ ਹੈ, ਜੀਵਨ ਵਿੱਚ ਸੁਧਾਰ ਆਇਆ ਹੈ ਜਾਂ ਨਹੀਂ ਆਇਆ। ਇਹ ਅੰਤਰਾਤਮੇ ਧਿਆਨ ਧਰ ਕੇ ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਵੇਖ, ਇਸ ਤਰ੍ਹਾਂ ਯਤਨ ਕਰਨਾ ਹੈ। ਆਛੋ ਕਰਮ ਦਿਖਾਏ ਨਾ ਚਾਹੈ, ਚੰਗਾ ਕਰਮ ਕਰਕੇ, ਧਰਮ ਦਾ ਕਰਮ ਕਰਕੇ ਉਹਦਾ ਦਿਖਾਵਾ ਨਹੀਂ ਕਰਨਾ ਹੈ। ਲਾਭ ਘਟੈ ਪਾਖੰਡ ਇਸਮਾ ਹੈ, ਇਹਦੇ ਨਾਲ ਕੀ ਹੈ, ਲਾਭ ਨਹੀਂ ਮਿਲਦਾ, ਪਖੰਡ ਬਣ ਜਾਂਦਾ ਹੈ। ਜਿਹੜੇ ਬੰਦੇ ਨੂੰ ਧਾਰਮਿਕ ਕਰਮ ਵਿਖਾਵਾ ਕਰਨ ਦੀ ਆਦਤ ਬਣ ਜਾਵੇ ਨਾ, ਉਹ ਬੰਦਾ ਪਖੰਡੀ ਹੋ ਜਾਂਦਾ ਹੈ। ਬੀਜ ਉਸੇ ਨੂੰ ਹੀ ਫਲ ਪੈਂਦਾ ਹੈ ਜਿਹੜਾ ਜ਼ਮੀਨ ਵਿੱਚ ਛੁਪ ਜਾਂਦਾ ਹੈ। ਤੇ ਜਿਹੜੇ ਦਾਣੇ ਜ਼ਮੀਨ ਦੇ ਉੱਪਰ ਪੈ ਰਹਿੰਦੇ ਨੇ, ਕਦੀ ਉਹਨਾਂ ਨੂੰ ਆਪਾਂ ਉੱਗਦੇ ਤੇ ਪੌਦੇ ਬਣਦੇ ਦੇਖਿਆ ਨਾ। ਜਿਹੜਾ ਦਾਣਾ ਜ਼ਮੀਨ ਵਿੱਚ ਚਲਿਆ ਜਾਂਦਾ ਹੈ, ਜ਼ਮੀਨ ਦੁਨੀਆ ਦੀ ਨਜ਼ਰ ਤੋਂ ਓਹਲੇ ਹੋ ਜਾਂਦਾ ਹੈ, ਉਹ ਗਲ ਕੇ ਆਪਣੇ ਵਿੱਚੋਂ ਇੱਕ ਬੂਟਾ ਪੈਦਾ ਕਰਦਾ ਹੈ। ਉਸ ਪੌਦੇ ਨੂੰ ਫਿਰ ਫਲ ਲੱਗਦੇ ਨੇ। ਪਹਿਲੋਂ ਦੈ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਂ, ਫਿਰ ਛਾਂ ਬਣਦੀ ਹੈ ਜਾ ਕੇ, ਫਿਰ ਫਲ ਜਿਹੜੇ ਨੇ ਉਹਨੂੰ ਮਿੱਠੇ ਮਿੱਠੇ ਲੱਗਦੇ ਨੇ। ਇਵੇਂ ਸਾਧ ਸੰਗਤ ਬੰਦਗੀ ਦਾ ਮਾਰਗ ਹੈ। ਧਰਮ ਕਰਮ ਕਰਕੇ ਉਹਨਾਂ ਨੂੰ ਛੁਪਾਉਣ ਦਾ ਯਤਨ ਕਰਨਾ ਹੈ। ਤੇ ਅੱਜ ਤਾਂ ਅਸੀਂ ਕਿਸੇ ਵਿਚਾਰੇ ਲੋੜਵੰਦ ਦੀ ਜੇ ਸੇਵਾ ਕਰ ਵੀ ਦਿੰਦੇ ਹਾਂ ਤੇ ਸਾਰੀ ਦੁਨੀਆ ਨੂੰ ਵਿਖਾਉਣ ਦਾ ਯਤਨ ਕਰਦੇ ਹਾਂ ਵੀ ਜੇ ਅਸੀਂ ਨਾ ਜੰਮਦੇ, ਇਸ ਗਰੀਬ ਦੀ ਧੀ ਨਹੀਂ ਸੀ ਵਿਆਹੀ ਜਾਣੀ, ਇਹਦਾ ਇਲਾਜ ਨਹੀਂ ਸੀ ਹੋਣਾ, ਅਸੀਂ ਕਰ ਦਿੱਤਾ ਏ। ਪਰ ਗੁਰਮੁਖ ਦਾ ਕਰਮ ਵਿਖਾਵਾ ਕਰਨਾ ਨਹੀਂ। ਗੁਰਸਿੱਖ ਨੇ ਗੁਰੂ ਨੂੰ ਮਾਣ ਤੇ ਵਡਿਆਈ ਦੇਣੀ ਹੈ। ਤੇ ਜਿਹੜੇ ਕਰਮ ਅਸੀਂ ਕਰਦੇ, ਸਾਡੇ ਗੁਰੂ ਦੇਖ ਰਿਹਾ। ਸੇਵਾ ਇਸ ਭਾਵਨਾ 'ਚ ਕਰਨੀ, ਮੇਰੀ ਸੇਵਾ ਨੂੰ ਮੇਰਾ ਗੁਰੂ ਦੇਖ ਰਿਹਾ। ਗੁਰੂ ਨੂੰ ਰਿਝਾਉਣ ਵਾਸਤੇ ਸੇਵਾ ਕਰਨੀ ਹੈ, ਸੰਸਾਰ ਨੂੰ ਰਿਝਾਉਣ ਵਾਸਤੇ ਨਹੀਂ। ਦੁਨੀਆ ਨਾ ਸਾਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ। ਦੁਨੀਆ ਦੀ ਵਡਿਆਈ ਕਾਹਦੀ ਹੈ। ਇਸ ਲਈ ਧਰਮ ਕਰਮ ਉਹ ਕਰਨੇ ਨੇ ਜਿਹੜੇ ਕਰਮ ਕਰਕੇ ਵਿਖਾਵਾ ਨਹੀਂ ਕਰਨਾ। ਵਿਖਾਵੇ ਵਾਲੇ ਕਰਮ ਜਿਹੜੇ ਨੇ ਉਹ ਪਖੰਡ ਬਣ ਜਾਂਦੇ ਹਨ। ਨਾਮਦਾਨ ਇਸ਼ਨਾਨ ਨਾ ਤਿਆਗਹਿ, ਇਸੇ ਪ੍ਰਕਾਰ ਨਾਮਦਾਨ ਤੇ ਇਸ਼ਨਾਨ ਦਾ ਤਿਆਗ ਨਹੀਂ ਕਰਨਾ। ਇਹ ਨੇਮ ਇਸੇ ਤਰ੍ਹਾਂ ਨਿਭਾਉਂਦੇ ਰਹਿਣਾ ਹੈ। ਸੋ ਸਾਧ ਸੰਗਤ ਸਮਾਂ ਸੰਪੂਰਨ ਹੋ ਚੁੱਕਿਆ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਗੁਰ ਇਤਿਹਾਸ ਦੀਆਂ ਵਿਚਾਰਾਂ ਕਰਦੇ ਭੁੱਲਾਂ ਦਾ ਹੋਣਾ ਸੁਭਾਵਿਕ ਹੈ। ਸਤਿਗੁਰਾਂ ਦੇ ਆਪ ਸੰਗਤ ਦੇ ਚਰਨਾਂ ਵਿੱਚੋਂ ਖਿਮਾ ਦੇ ਜਾਚਕ ਹਾਂ ਜੀ। ਗੁਰਫਤਿਹ ਪ੍ਰਵਾਨ ਕਰੋ। ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਸਾਹਿਬ ਦੀ ਰਚਨਾ ਤੋਂ ਸ਼ਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।